ਤਖਤ ਦੇ ਮਾਲਕ ਗੱਦੀ ਤੇ ਸੁਭਾਏ ਮਾਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ, ਆਪ ਸਰਬੱਤ ਸੰਗਤਾਂ ਵਡਭਾਗੇ ਬਣੇ ਹੋ, ਜਿਨ੍ਹਾਂ ਦੇ ਉੱਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ, ਜਿਸ ਸਦਕਾ ਰਾਤਰੀ ਦੇ ਦੀਵਾਨਾਂ ਦੇ ਅੰਦਰ ਜੋ ਕਿ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਸੰਬੰਧ ਦੇ ਅੰਦਰ ਵਿਸ਼ੇਸ਼ ਦੀਵਾਨ ਆਰੰਭ ਹੋਏ। ਯਤਨ ਕਰੀਏ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਜਿਹੜੀ ਖੰਡੇ ਬਾਟੇ ਦੀ ਪਹੁਲ ਦੇ ਕੇ ਖਾਲਸਾ ਬਣਾਇਆ, ਇਹਦੇ ਕਾਰਨ ਕੀ ਸੀ? ਕਿਉਂਕਿ ਸਭ ਤੋਂ ਪਹਿਲਾਂ ਜਦੋਂ ਆਪਾਂ ਗੁਰਬਾਣੀ ਦੇ ਵਿੱਚੋਂ ਪਾਵਨ ਬੋਲ ਪੜ੍ਹਦੇ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਤੁਖਾਰੀ ਰਾਗ ਦੇ ਅੰਦਰ, ਤੇ ਸਾਹਿਬ ਕਹਿੰਦੇ ਵੈਸਾਖ ਭਲਾ ਸਾਖਾਂ ਵੇਸ ਕਰੇ। ਵਿਸਾਖ ਦਾ ਮਹੀਨਾ ਭਲਾ ਭਾਵ ਕਿ ਚੰਗਾ, ਸਾਖਾਂ ਵੇਸ ਕਰੇ। ਸਾਖਾਂ ਹੁੰਦੀਆਂ ਬਿਰਛ ਦੇ ਅੰਦਰ ਜਿਵੇਂ ਨਵੀਆਂ ਕਰੂੰਬੜੀਆਂ ਪੈਦਾ ਹੁੰਦੀਆਂ, ਪ੍ਰਗਟ ਹੁੰਦੀਆਂ, ਫੁੱਟਦੀਆਂ ਨੇ। ਹਜ਼ੂਰ ਕਹਿੰਦੇ ਵਿਸਾਖ ਦਾ ਮਹੀਨਾ ਭਲਾ, ਜਿਹਦੇ ਵਿੱਚ ਬਿਰਛਾਂ ਦੇ ਅੰਦਰੋਂ ਇੱਕ ਨਵੀਆਂ ਕਰੂੰਬੜੀਆਂ ਜਿਹੜੀਆਂ ਸੀ ਉਹ ਫੁੱਟੀਆਂ। ਵਿਸਾਖ ਮਹੀਨੇ ਦੀ ਸਿੱਖ ਧਰਮ ਦੇ ਅੰਦਰ ਵਿਸ਼ੇਸ਼ ਮਹਾਨਤਾ। ਇਹ ਨਹੀਂ ਕਿ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵਿਸਾਖੀ ਤੇ ਇਹ ਇਕੱਠ ਕੀਤਾ। ਅਸਲ ਵਿੱਚ ਇਹਦੀ ਆਰੰਭਤਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਸ ਵੇਲੇ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ, ਜਿੱਥੇ ਹਜ਼ੂਰ ਨੇ 14 ਸਾਲ 9 ਮਹੀਨੇ ਤੇ 13 ਦਿਨ ਦਾ ਸਮਾਂ ਬਤੀਤ ਕੀਤਾ, ਉਸ ਧਰਤੀ ਤੋਂ ਜਿਸ ਦਿਨ ਪਹਿਲਾ ਪ੍ਰਚਾਰਕ ਦੌਰਾ ਹਜ਼ੂਰ ਪਾਤਸ਼ਾਹ ਜੀ ਆਰੰਭ ਕਰਦੇ ਨੇ ਤੇ 1 ਵਿਸਾਖ ਵਾਲਾ ਦਿਨ ਸੀ। ਇਸੇ ਤਰ੍ਹਾਂ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਪਰ ਜਿਸ ਦਿਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਉਹ ਬੌੜੀ ਸਾਹਿਬ ਦਾ ਕੜ ਤੋੜਿਆ, ਕਿਉਂਕਿ 4 ਸ਼੍ਰੇਣੀਆਂ ਦੇ ਵਿੱਚ ਪੁਜਾਰੀ ਨੇ ਲੋਕਾਂ ਨੂੰ ਵੰਡਿਆ ਸੀ। ਸਭ ਤੋਂ ਉੱਪਰ ਸੀ ਬ੍ਰਾਹਮਣ, ਖੱਤਰੀ, ਵੈਸ ਤੇ ਸ਼ੂਦਰ। ਸ਼ੂਦਰ ਜਿਹੜਾ ਸੀ ਨਾ ਤੇ ਕਿਸੇ ਧਾਰਮਿਕ ਸਥਾਨ ਤੇ ਜਾ ਸਕਦਾ ਸੀ, ਨਾ ਕਿਸੇ ਖੂਹ ਦੇ ਵਿੱਚੋਂ ਪਾਣੀ ਪੀ ਸਕਦਾ ਸੀ। ਸ਼ੂਦਰ ਦੇ ਵਾਸਤੇ ਬਕਾਇਦਾ ਵੱਖਰਾ ਇੱਕ ਗੰਦਗੀ ਵਾਲਾ ਪਾਣੀ ਜਿਹੜਾ ਸੀ ਉਹਨੂੰ ਪੀਣ ਵਾਸਤੇ ਮਜਬੂਰ ਕੀਤਾ ਜਾਂਦਾ ਸੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਕਿਉਂਕਿ ਗੁਰੂ ਨਾਨਕ ਦੇ ਘਰ ਦੇ ਅੰਦਰ ਜਿੱਥੇ ਸੰਦੇਸ਼ ਇਹ ਦਿੱਤਾ ਜਾਂਦਾ ਹੈ ਕਿ ਅਸਲ ਦੇ ਵਿੱਚ ਸਭ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਸਭ ਮੈਂ ਜੋਤ, ਜੋਤ ਹੈ ਸੋਏ। ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਕਿ ਸਾਰਿਆਂ ਦੇ ਵਿੱਚ ਉਹ ਰੱਬੀ ਜੋਤ ਜਿਹੜੀ ਹੈ ਵਰਤਦੀ ਹੈ। ਉਹ ਇਹ ਨਹੀਂ ਕਿ ਉੱਚੀ ਜਾਤ ਵਾਲੇ ਦੇ ਵਿੱਚ ਵੱਧ ਹੈ ਤੇ ਨੀਵੀਂ ਜਾਤ ਵਾਲੇ ਦੇ ਅੰਦਰ ਘੱਟ ਹੈ। ਸਤਿਗੁਰ ਪਾਤਸ਼ਾਹ ਭਾਵੇਂ ਕਿ ਆਵਾਜ਼ ਗੁਰੂ ਨਾਨਕ ਸਾਹਿਬ ਨੇ ਉਠਾਈ ਹੈ, ਪਰ ਇਹਨੂੰ ਪ੍ਰਗਟ ਜਾਮਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਉਹ 84 ਪੌੜੀਆਂ ਵਾਲੀ ਬੌੜੀ ਸਾਹਿਬ ਤਿਆਰ ਕਰਕੇ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਵਿਦਵਾਨਾਂ ਦੀ ਜਦੋਂ ਆਪਾਂ ਬੋਲ ਪੜ੍ਹਦੇ ਤੇ ਕਹਿੰਦੇ 84 ਤਰ੍ਹਾਂ ਦੀਆਂ ਜਾਤਾਂ ਪਾਤਾਂ ਦੇ ਵਿੱਚ ਲੋਕ ਵੰਡੇ ਹੋਏ ਸਨ, ਜਿਹੜੀਆਂ ਮਹਾਰਾਜ ਸਾਹਿਬ ਨੇ ਉਹ ਵੱਡੇ ਪੱਧਰ ਦੇ ਉੱਪਰ ਉਹ 84 ਪੌੜੀਆਂ ਬਣਾ ਕੇ ਉਹਨਾਂ 84 ਤਰ੍ਹਾਂ ਦੀਆਂ ਜਾਤਾਂ ਪਾਤਾਂ ਨੂੰ ਖਤਮ ਕੀਤਾ। ਤੇ ਹਜ਼ੂਰ ਨੇ ਕਿਹਾ ਹਰ ਇੱਕ ਇਸ ਬੌੜੀ ਦੇ ਵਿੱਚ ਆ ਕੇ ਇਸ਼ਨਾਨ ਕਰੇਗਾ, ਫਿਰ ਉਹ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕੇਗਾ, ਉਸ ਤੋਂ ਬਾਅਦ ਸਾਡੀ ਸੰਗਤ ਕਰੇਗਾ। ਕਿਉਂਕਿ ਇਹ ਬੜਾ ਵੱਡਾ ਕਾਰਨ ਸੀ। ਇੱਥੇ ਅਕਬਰ ਬਾਦਸ਼ਾਹ ਵਰਗਾ ਵੀ ਆਉਂਦਾ ਹੈ ਤੇ ਉਹਦੇ ਵਾਸਤੇ ਵੀ ਇਹੀ ਹੁਕਮ ਹੈ, ਇਹ ਨਹੀਂ ਕਿ ਕਿਸੇ ਹੋਰ ਵਾਸਤੇ ਹੈ। ਅਕਬਰ ਬਾਦਸ਼ਾਹ ਵੀ ਉਸ ਹੁਕਮ ਦੀ ਤਲੀਮ ਕਰਦਾ ਹੈ। ਉਹ ਜਿੱਥੇ ਬੌੜੀ ਦੇ ਵਿੱਚ ਜਾ ਕੇ ਉਹ ਅੰਮ੍ਰਿਤਮਈ ਜਲ ਦਾ ਚੂੜਾ ਲੈਂਦਾ ਏ, ਜਿੱਥੇ ਉਹ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦਾ ਏ, ਉੱਥੇ ਉਹ ਗੁਰੂ ਕੀ ਸੰਗਤ ਦੇ ਵਿੱਚ ਬੈਠ ਕੇ ਬਰਾਬਰ ਤੇ ਬੈਠ ਕੇ ਆਪਣੇ ਆਪ ਨੂੰ ਗੁਰੂ ਕੀ ਸੰਗਤ ਦੇ ਬਰਾਬਰ ਉਹਨੇ ਜਿਹੜਾ ਸੀ ਬਣਾਇਆ। ਕਿਉਂਕਿ ਇਸ ਘਰ ਦੇ ਵਿੱਚ
ਨਾ ਤੇ ਕਿਸੇ ਨੂੰ ਉੱਚਾ ਤੇ ਨਾ ਕੋਈ ਨੀਵਾਂ ਕਿਹਾ ਜਾਂਦਾ ਹੈ। ਬਰਾਬਰ ਦਾ ਦਰਜਾ ਗੁਰੂ ਨਾਨਕ ਦੇ ਘਰ ਵਿੱਚ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਜੋ ਅੰਮ੍ਰਿਤਸਰ ਸਰੋਵਰ, ਇਹਦੀ ਮਹਾਨਤਾ ਜਿਹੜੀ ਸੀ ਬੀਬੀ ਰਜਨੀ ਦੇ ਪਤੀ ਦੇ ਦੁਆਰਾ ਜਿਹੜੀ ਪ੍ਰਗਟ ਹੁੰਦੀ ਹੈ, ਉਹ ਵੀ ਜਦੋਂ ਅਸੀਂ ਇਤਿਹਾਸਕ ਨੁਕਤੇ ਪੜ੍ਹਦੇ ਹਾਂ ਤੇ ਉਹ ਵੀ ਵਿਸਾਖ ਵਾਲੇ ਦਿਨ ਹੀ, ਜਿਹੜੀ 1 ਵਿਸਾਖ ਨੂੰ ਜਿਹੜਾ ਵਾ, ਕਿਉਂਕਿ ਇੱਥੇ ਛੋਟੀ ਜੀ ਛੱਪੜੀ ਸੀ ਜਿਹੜੀ ਦੁੱਖ ਭੰਜਨੀ ਬੇਰੀ ਦੇ ਥੱਲੇ, ਉਹ ਵੀ 1 ਵਿਸਾਖ ਨੂੰ ਪ੍ਰਗਟ ਹੁੰਦੀ ਹੈ। ਇਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਕਿਉਂਕਿ ਵਿਸਾਖ ਦਾ ਜੋੜ ਮੇਲਾ ਇਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਰੰਭ ਹੋਇਆ ਸੀ, ਜਿਸ ਵੇਲੇ ਭਾਈ ਪਾਰੋ ਜੀ, ਜਿਨ੍ਹਾਂ ਨੂੰ ਪਰਮਹੰਸ ਦੀ ਉਪਾਧੀ ਦਿੱਤੀ ਗਈ, ਭਾਈ ਪਾਰੋ ਜੀ ਉਹ ਗੁਰਸਿੱਖ ਸਨ ਜਿਨ੍ਹਾਂ ਨੂੰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ, ਭਾਈ ਪਾਰੋ ਤੁਸੀਂ ਤੇ ਮੈਂ ਦੋਨੋਂ ਇੱਕ ਹੋ ਗਏ ਹਾਂ, ਅਸੀਂ ਚਾਹੁੰਦੇ ਹਾਂ ਕਿ ਅਸੀਂ ਸਰੀਰ ਛੱਡ ਦਈਏ ਤੇ ਗੁਰਤਾ ਗੱਦੀ ਤੁਹਾਨੂੰ ਦੇ ਦਈਏ। ਭਾਈ ਪਾਰੋ ਨੇ ਕਿਹਾ ਸੀ, ਨਹੀਂ ਮਹਾਰਾਜ, ਮੈਂ ਆਪ ਜੀ ਦਾ ਸਿੱਖ ਠੀਕ ਹੈ। ਫਿਰ ਹਜੂਰ ਨੇ ਕਿਹਾ ਸੀ, ਭਾਈ ਪਾਰੋ ਜੀ ਤੁਹਾਡੇ ਤੇ ਵੀ ਸਾਡੇ ਵਿੱਚ ਕੋਈ ਫਰਕ ਨਹੀਂ, ਫਿਰ ਜਾਂ ਤੁਸੀਂ ਸਰੀਰ ਛੱਡ ਦਿਓ ਜਾਂ ਅਸੀਂ ਛੱਡ ਦਿੰਦੇ। ਤੇ ਭਾਈ ਪਾਰੋ ਨੇ ਡੱਲੇ ਵਿੱਚ, ਜਿੱਥੇ ਆਪਾਂ ਡੱਲੇ ਵੱਡੇ ਪੱਧਰ ਤੇ ਲੋਕ ਜਿਹੜੇ ਉਸ ਬੌੜੀ ਦੇ ਵਿੱਚ ਇਸ਼ਨਾਨ ਕਰਦੇ ਹੈ, ਜਿੱਥੇ ਪਰਮਹੰਸ ਦੀ ਉਪਾਧੀ ਭਾਈ ਪਾਰੋ ਜੀ ਨੂੰ ਦਿੱਤੀ ਗਈ ਸੀ, ਉਹਨੇ ਡੱਲੇ ਵਿੱਚ ਪਿੰਡ ਵਿੱਚ ਆ ਕੇ ਤੇ ਆਪਣਾ ਉਹ ਸਰੀਰ ਤਿਆਗ ਦਿੱਤਾ ਸੀ। ਸਤਿਗੁਰ ਪਾਤਸ਼ਾਹ ਨੇ ਕਿਹਾ ਸੀ, ਭਾਈ ਪਾਰੋ ਤੁਸੀਂ ਤੇ ਮੈਂ ਹੁਣ ਇੱਕ ਹੋ ਗਏ ਹਾਂ। ਉਸ ਭਾਈ ਪਾਰੋ ਨੇ ਤੇ ਬਾਬਾ ਬੁੱਢਾ ਸਾਹਿਬ ਦੀ ਬੇਨਤੀ ਕਰਨ ਦੇ ਉੱਪਰ ਵਿਸਾਖੀ ਦਾ ਜੋੜ ਮੇਲਾ ਪਹਿਲੀ ਵਾਰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਮਨਾਇਆ ਗਿਆ। ਫਿਰ ਇਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਜਿਹੜਾ ਸੀ ਵਿਸਾਖੀ ਦਾ ਜੋੜ ਮੇਲਾ, ਇਹ 1628 ਦੇ ਵਿੱਚ ਅਕਾਲ ਤਖਤ ਸਾਹਿਬ ਦੇ ਉੱਪਰ ਜਿਹੜਾ ਸੀ ਵੱਡੇ ਪੱਧਰ ਤੇ ਮਨਾਇਆ ਗਿਆ। ਤੇ ਵਿਸਾਖੀ ਤਕਰੀਬਨ ਜਿਹੜਾ 1919 ਨੂੰ ਜਦੋਂ ਜਲਿਆਂਵਾਲਾ ਬਾਗ ਦਾ ਕਾਂਡ ਹੁੰਦਾ ਹੈ, ਉਦੋਂ ਵੀ ਨਿਹੱਥੇ ਸਿੱਖਾਂ ਦੇ ਉੱਪਰ ਜਿਹੜਾ ਸੀ ਗੋਲੀਆਂ ਚਲਾ ਕੇ ਜਨਰਲ ਡਾਇਰ ਦੇ ਦੁਆਰਾ ਜਿਹੜਾ ਸੀ ਨਿਹੱਥੇ ਸਿੱਖਾਂ ਨੂੰ ਜਿਹੜਾ ਸੀ ਕਤਲ ਕੀਤਾ ਗਿਆ। ਇਸੇ ਤਰ੍ਹਾਂ 1978 ਦੇ ਵਿੱਚ ਨਕਲੀ ਨਿਰੰਕਾਰੀ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਹੇ ਸਨ 1 ਵਿਸਾਖ ਵਾਲੇ ਦਿਨ, ਤੇ ਉਹਨਾਂ ਨੇ ਇੱਕ ਨਕਲੀ ਬਾਟਾ ਅੰਮ੍ਰਿਤ ਦਾ ਤਿਆਰ ਕਰਕੇ ਕਿਹਾ ਸੀ, ਅਸੀਂ ਗੁਰੂ ਗੋਬਿੰਦ ਸਿੰਘ ਨੇ 5 ਸਜਾਏ ਨੇ, ਅਸੀਂ 7 ਸਜਾਵਾਂਗੇ। ਉਹਨਾਂ ਨੂੰ ਰੋਕਣ ਦੇ ਵਾਸਤੇ 13 ਗੁਰਸਿੱਖ ਜਿਹੜੇ ਸੀ ਹਰਿਮੰਦਰ ਸਾਹਿਬ ਤੇ ਅਰਦਾਸ ਕਰਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ, ਜਦੋਂ ਉਹਨਾਂ ਨੂੰ ਰੋਕਣ ਵਾਸਤੇ ਗਏ ਤੇ ਉਹਨਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਜਿਨ੍ਹਾਂ ਦਾ ਉਹ ਪਾਵਨ ਅਸਥਾਨ ਜਿਹੜਾ ਰਾਮਸਰ ਗੁਰਦੁਆਰੇ ਸਾਹਿਬ ਦੇ ਸਾਹਮਣੇ ਹੈ, ਜਿੱਥੇ ਵਿਸਾਖੀ ਵਾਲੇ ਦਿਨ ਇੱਕ ਵੱਡਾ ਜੋੜ ਮੇਲਾ ਲੱਗਦਾ ਹੈ। ਇਸ ਤਰ੍ਹਾਂ ਸਿੱਖ ਧਰਮ ਦੇ ਅੰਦਰ ਵਿਸਾਖੀ ਦਾ ਬੜਾ ਵੱਡੇ ਪੱਧਰ ਦੇ ਉੱਪਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਜਿਨ੍ਹਾਂ ਨੇ ਵਿਸਾਖੀ ਤੇ ਉਸ ਦਿਨ ਤਕਰੀਬਨ 1664 ਨੂੰ ਜਿਹੜਾ ਸੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੋਤੀ ਜੋਤ ਜਿਹੜੇ ਸੀ ਉਹ ਦਿੱਲੀ ਦੇ ਵਿੱਚ ਸਮਾਉਂਦੇ ਹੈ। ਉਸ ਤੋਂ ਪਹਿਲਾਂ ਉਹਨਾਂ ਨੇ ਵਿਸਾਖੀ ਵਾਲੇ ਦਿਨ, ਕਿਉਂਕਿ ਕੱਲ੍ਹ ਨੂੰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਜੋਤੀ ਜੋਤ ਦਿਹਾੜਾ ਹੈ, ਤੇ ਸਤਿਗੁਰ ਪਾਤਸ਼ਾਹ ਨੇ 1 ਵਿਸਾਖ ਵਾਲੇ ਦਿਨ ਇਹ ਗੱਲ ਕਹੀ ਸੀ ਕਿ ਬਾਬਾ ਬਸੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਆਪ ਸੰਭਾਲੇ। ਇੱਕ ਸਵਾਲ ਸਿੱਖਾਂ ਨੂੰ ਪਾ ਦਿੱਤਾ ਸੀ, ਜਿਹੜਾ ਬਾਬੇ ਮੱਖਣ ਸ਼ਾਹ ਦੇ ਦੁਆਰਾ ਜਿਹੜਾ ਸੀ ਗੁਰਬਾਣੀ ਦੀ ਕਸਵੱਟੀ ਦੇ ਉੱਪਰ ਉਹਨਾਂ ਬਾਈਆਂ ਦੇ ਵਿੱਚੋਂ ਸੱਚੇ ਗੁਰੂ ਦੀ ਪਰਖ ਕਰਕੇ ਤੇ ਬਕਾਲੇ ਦੀ ਧਰਤੀ ਦੇ ਉੱਪਰ ਸੱਚੇ ਗੁਰੂ ਨੂੰ ਪ੍ਰਗਟ ਕਰਦਾ ਹੈ। ਇਸੇ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜਦੋਂ ਭਾਈ ਜੈਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦਾ ਸੀਸ ਲੈ ਕੇ ਦਿੱਲੀ ਤੋਂ ਆਉਂਦਾ ਹੈ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ, ਤੇ ਸਤਿਗੁਰ ਪਾਤਸ਼ਾਹ ਨੇ ਪੁੱਛਿਆ ਸੀ, ਭਾਈ ਜੈਤਿਆ ਉੱਥੇ ਸਿੱਖ ਕਿੰਨੇ ਕੁ ਸਨ? ਉਹਨੇ ਕਿਹਾ, ਮਹਾਰਾਜ ਸੱਚੇ ਪਾਤਸ਼ਾਹ ਜੀ ਅਸਲ ਦੇ ਵਿੱਚ ਸਿੱਖ ਤੇ ਬਹੁਤ ਹੋਣਗੇ, ਪਰ ਸਿੱਖਾਂ ਦੀ ਪਛਾਣ ਕਰਨੀ ਬੜੀ ਔਖੀ ਹੈ, ਕਿਉਂਕਿ ਉਸ ਟਾਈਮ ਤੇ ਤਕਰੀਬਨ ਸਾਰੇ ਜਿਹੜੇ ਸੀ ਉਹ ਜਟਾ ਜੂਟ ਹੋਇਆ ਕਰਦੇ ਸਨ। ਤੇ ਸਤਿਗੁਰ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਹੁਣ ਅਸੀਂ ਐਸਾ ਪੰਥ ਸਜਾਵਾਂਗੇ ਜਿਹੜਾ ਲੱਖਾਂ ਦੇ ਵਿੱਚ ਵੀ ਇਕੱਲਾ ਪਹਿਚਾਣਿਆ ਜਾਵੇਗਾ, ਉਹਦੀ ਵੱਖਰੀ ਪਹਿਚਾਣ ਹੋਵੇਗੀ, ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪਵੇਗੀ ਕਿ ਸਿੱਖ ਕਿਹੜਾ ਹੈ। ਅਸਲ ਦੇ ਵਿੱਚ ਖਾਲਸਾ ਸ਼ਬਦ ਜਿਹੜਾ ਹੈ ਇਹ ਅਰਬੀ ਦਾ ਸ਼ਬਦ ਹੈ। ਅਰਬੀ ਤੇ ਫਾਰਸੀ ਦਾ ਵੀ ਮੰਨਿਆ ਗਿਆ ਹੈ ਕਿ ਦੋਨਾਂ ਦੇ ਮਿਲਾਵਟ ਦੇ ਨਾਲ ਅਸਲ ਵਿੱਚ ਇਹਦਾ ਅਰਥ ਬਣਦਾ ਹੈ ਕਿ ਉਹ ਸਰ ਜ਼ਮੀਨ ਜਿਹਦੇ ਉੱਪਰ ਬਾਦਸ਼ਾਹ ਦਾ ਪੂਰੇ ਤੌਰ ਤੇ ਹੱਕ ਹੋਵੇ। ਇਸੇ ਤਰ੍ਹਾਂ ਖਾਲਸਾ ਜਿਹੜਾ ਹੈ
ਇਹਦੇ ਉੱਪਰ ਪੂਰੇ ਤੌਰ ਤੇ ਗੁਰੂ ਦਾ ਹੱਕ ਹੋਇਆ ਕਰਦਾ ਹੈ। ਜਿਵੇਂ ਆਪਾਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਕਿ ਹਰਨਾਕਸ਼ ਉਹਨੇ ਤਪੱਸਿਆ ਕੀਤੀ ਤੇ ਤਪੱਸਿਆ ਕਰਕੇ ਉਹਨੇ ਪਰਮਾਤਮਾ ਦੇ ਕੋਲੋਂ ਵਰ ਮੰਗਿਆ ਕਿ ਨਾ ਮੈਂ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਧੁੱਪੇ ਮਰਾਂ, ਨਾ ਛਾਵੇਂ ਮਰਾਂ, ਨਾ ਦਿਨੇ ਮਰਾਂ, ਨਾ ਰਾਤ ਮਰਾਂ। ਅਸਲ ਦੇ ਵਿੱਚ ਉਹਨੇ ਆਪਣੇ ਦਿਮਾਗ ਦੇ ਦੁਆਰਾ ਉਹ ਸਾਰੇ ਕਾਰਨ ਜਿਹੜੇ ਸੀ ਉਹ ਮੰਗ ਲਏ ਜਿਨ੍ਹਾਂ ਦੇ ਦੁਆਰਾ ਮੌਤ ਨਾ ਹੋਵੇ, ਕਿਉਂਕਿ ਉਹਨੇ ਸੋਚਿਆ ਵੀ ਮੈਂ ਬੜਾ ਸਿਆਣਾ ਹੈ, ਮੇਰਾ ਦਿਮਾਗੀ ਤੌਰ ਤੇ ਗਿਆਨ ਬੜਾ ਹੈ। ਆਮ ਕਰਕੇ ਅਸੀਂ ਇਹੀ ਕਹਿੰਦੇ ਹਾਂ ਕਿ ਬੰਦੇ ਦਾ ਦਿਮਾਗ ਜਿਹੜਾ ਵਾ ਉਹ ਬੜਾ ਤੇਜ਼ ਚੱਲਣਾ ਚਾਹੀਦਾ। ਨਹੀਂ ਗੁਰਮੁਖੋ, ਜਿੱਥੇ ਗੁਰੂ ਦੀ ਗੱਲ ਹੈ, ਗੁਰੂ ਦਾ ਹੁਕਮ, ਗੁਰੂ ਦਾ ਗਿਆਨ ਹੈ, ਉੱਥੇ ਬੰਦੇ ਦਾ ਦਿਮਾਗ ਨਹੀਂ ਕੰਮ ਕਰਦਾ। ਸਤਿਗੁਰ ਪਾਤਸ਼ਾਹ ਦੀ ਗੁਰਬਾਣੀ ਦੇ ਅੰਦਰ ਵੀ ਆਪਾਂ ਬਚਨ ਪੜ੍ਹਦੇ ਹਾਂ, ਹਰਨਾਕਸ਼ ਨੇ ਭਾਵੇਂ ਹਰ ਉਹ ਕਾਰਨ ਤੋਂ ਵੀ ਮੈਂ ਮਰਾਂ ਨਾ, ਤੇ ਪਰਮਾਤਮਾ ਦੇ ਵੱਲੋਂ ਇਹ ਉਹਨੂੰ ਵਰ ਵੀ ਮਿਲ ਗਿਆ ਕਿ ਤੂੰ ਮਰੇਗਾ ਨਹੀਂ ਜਿਹੜੇ ਕਾਰਨ ਤੂੰ ਕਹੇ ਹੈ, ਪਰ ਉਹਦੀ ਮੌਤ ਫਿਰ ਵੀ ਹੁੰਦੀ ਹੈ, ਕਿਉਂਕਿ ਰੱਬ ਨੇ ਇੱਕ ਨਵਾਂ ਕਾਰਨ ਉਹਦੀ ਮੌਤ ਦਾ ਲੱਭ ਲਿਆ ਜਿਹਦੇ ਦੁਆਰਾ ਉਹਦੀ ਮੌਤ ਹੋ ਸਕਦੀ ਸੀ। ਹਾਲਾਂਕਿ ਹਰਨਾਕਸ਼ ਵਰਗਾ ਰੱਬ ਦੀ ਇਬਾਦਤ ਕਰਕੇ, ਬੰਦਗੀ ਕਰਕੇ, ਇਹ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ, ਇਹ ਬੇਨਤੀ ਕਰਦਾ ਕਿ ਮੇਰੇ ਤੇ ਕਿਰਪਾ ਕਰ, ਮੈਨੂੰ ਮੌਤ ਦੇ ਭੈ ਤੋਂ ਜਿਹੜਾ ਵਾ ਰਹਿਤ ਕਰ ਦੇ। ਕਿਉਂਕਿ ਅਸਲ ਵਿੱਚ ਗੁਰਬਾਣੀ ਜਿਹੜੀ ਹੈ, ਗੁਰੂ ਦਾ ਗਿਆਨ ਜਿਹੜਾ ਹੈ, ਇਹ ਸਾਨੂੰ ਮੌਤ ਦੇ ਭੈ ਤੋਂ ਰਹਿਤ ਕਰਦਾ ਹੈ। ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ। ਆਪਾਂ ਮੂਲ ਮੰਤਰ ਦਾ ਜਦੋਂ ਜਾਪ ਕਰਦੇ ਹਾਂ ਤੇ ਇੱਕ ਓੰਕਾਰ, ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਪਰਮਾਤਮਾ ਇੱਕ ਹੈ, ਉਹਦੀ ਜੋਤ ਸਾਰਿਆਂ ਦੇ ਵਿੱਚ ਸਮਾਈ ਹੋਈ ਹੈ, ਉਹਦੀ ਹੋਂਦ ਸੱਤ ਹੈ। ਤੇ ਯਾਦ ਰੱਖਿਓ, ਜਿਹੜਾ ਸੱਤ ਦੇ ਨਾਲ ਜੁੜ ਜਾਂਦਾ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰਦੇ, ਕਹਿੰਦੇ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ। ਅਸਲ ਦੇ ਵਿੱਚ ਜਿਸ ਦਿਨ ਤੂੰ ਸੱਤ ਨੂੰ ਜਾਣ ਲਿਆ, ਸੱਤ ਦੇ ਨਾਲ ਜੁੜ ਗਿਆ। ਆਮ ਕਰਕੇ ਆਪਾਂ ਕਈ ਵਾਰੀ ਕਹਿੰਦੇ ਆ ਫਲਾਨਾ ਬੰਦਾ ਬੜਾ ਸਤ ਸੰਗੀ ਹੈ, ਉਹ ਸਵੇਰੇ ਵੀ ਸੰਗਤ ਕਰਦਾ ਹੈ, ਸ਼ਾਮ ਨੂੰ ਵੀ ਸੰਗਤ ਕਰਦਾ ਹੈ, ਤੇ ਆਮ ਕਰਕੇ ਉਹਦੇ ਨਾਮ ਦੇ ਨਾਲ ਅਸੀਂ ਕਹਿ ਦਿੰਦੇ ਇਹ ਬੰਦਾ ਬੜਾ ਚੰਗਾ ਹੈ, ਸਤ ਸੰਗੀ ਹੈ। ਪਰ ਸਤ ਸੰਗਤ ਦੀ ਵਿਆਖਿਆ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਰਾਂਗੇ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤ ਸੰਗੀ ਦੀ ਵਿਆਖਿਆ ਕਰਦੇ ਨੇ ਕਿ ਅਸਲ ਦੇ ਵਿੱਚ ਸਤ ਦਾ ਸੰਗੀ ਉਹ ਹੈ ਜਿਹਦਾ ਵੇਖਣਾ ਸਤ ਹੋ ਜਾਵੇ, ਜਿਹਦਾ ਬੋਲਣਾ ਸਤ ਹੋ ਜਾਵੇ, ਜਿਹਦਾ ਚੱਲਣਾ ਸਤ ਹੋ ਜਾਵੇ, ਜਿਹਦਾ ਕਰਤਾਰ ਸਤ ਹੋ ਜਾਵੇ। ਅਸਲ ਵਿੱਚ ਉਹ ਸਤ ਦਾ ਸੰਗੀ ਹੈ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਅਸਲ ਵਿੱਚ ਸਤ ਸੰਗਤ ਹੈ ਕੀ ਹੈ? ਹਜੂਰ ਕਹਿੰਦੇ ਜਿੱਥੇ ਇੱਕ ਨਾਮ ਦਾ ਵਖਿਆਨ ਹੋਵੇ, ਇੱਕ ਨਾਮ ਦੇ ਨਾਲ ਜੁੜਿਆ ਜਾਵੇ। ਹੁਣ ਸਤਿਗੁਰ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੇ ਖਾਲਸੇ ਨੂੰ ਭੈ ਰਹਿਤ, ਮੌਤ ਤੋਂ ਰਹਿਤ ਕੀਤਾ। ਤੇ ਜਿਸ ਵੇਲੇ ਸਤਿਗੁਰ ਪਾਤਸ਼ਾਹ ਮਹਾਰਾਜ ਜੀਆਂ ਨੇ ਇਹ ਵਿਸਾਖੀ ਦੇ ਦਿਹਾੜੇ ਦੇ ਉੱਪਰ ਇਹ ਵੱਡਾ ਇਕੱਠ ਜਿਹੜਾ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਹੁੰਦਾ ਹੈ, ਕੇਸਗੜ੍ਹ ਸਾਹਿਬ ਵਾਲੀ ਜਗ੍ਹਾ ਦੇ ਉੱਪਰ, ਜਿੱਥੇ ਤਕਰੀਬਨ ਇਤਿਹਾਸਕਾਰ ਇਹ ਦੱਸਦੇ ਵੀ 80,000 ਦਾ ਇਕੱਠ ਹੋਇਆ ਹੈ। ਸਤਿਗੁਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਉੱਥੇ ਵੱਡਾ ਜਿਹੜਾ ਸੀ ਦੀਵਾਨ, ਜਿਹਦੇ ਉੱਪਰ ਸਤਿਗੁਰ ਪਾਤਸ਼ਾਹ ਮਹਾਰਾਜ ਜੀਆਂ ਤੋਂ ਪਹਿਲਾਂ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ। ਤਕਰੀਬਨ ਇਤਿਹਾਸਕਾਰ ਕਹਿੰਦੇ ਕਿ ਭਾਈ ਮਣੀ ਸਿੰਘ ਸਾਹਿਬ ਜਿਹੜੇ ਉਸ ਤੋਂ ਬਾਅਦ ਕਥਾ ਕਰਦੇ ਨੇ, ਤੇ ਅਬੂ ਉਲ ਤਰਾਨੀ ਜਿਹੜਾ ਔਰੰਗਜ਼ੇਬ ਦਾ ਸੂਹੀਆ ਹੈ, ਉਹ ਇਹ ਗੱਲ ਲਿਖਦਾ ਹੈ ਕਿ ਉਸ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇੱਕ ਜਾਹੋ ਜਲਾਲ ਦੇ ਅੰਦਰ ਆਪਣੀ ਮਿਆਨ ਦੇ ਵਿੱਚੋਂ ਤਲਵਾਰ ਕੱਢ ਕੇ ਜਿਹੜਾ ਸਟੇਜ ਦੇ ਸਾਹਮਣੇ ਆਉਂਦੇ ਹੈ। ਅੱਜ ਪਹਿਲਾ ਚਾਂਸ ਸੀ ਕਿ ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਤਲਵਾਰ ਬਾਹਰ ਕੱਢ ਕੇ ਤੇ ਸਤਿਗੁਰ ਪਾਤਸ਼ਾਹ ਨੇ ਸੰਗਤ ਦੇ ਵਿੱਚ ਸੰਬੋਧਨ ਕਰਕੇ ਕਿਹਾ ਕਿ ਸਾਨੂੰ ਅੱਜ ਇੱਕ ਸਿਰ ਦੀ ਲੋੜ ਹੈ। ਯਾਦ ਰੱਖਿਓ, ਇੱਥੇ ਇੱਕ ਸਿਰ ਦੀ ਮੰਗ ਕੀਤੀ ਸੀ, ਨਾ ਇੱਥੇ ਇਸਤਰੀ ਦਾ ਨਾਮ ਲਿਆ ਗਿਆ ਤੇ ਨਾ ਪੁਰਸ਼ ਦਾ ਨਾਮ ਲਿਆ ਗਿਆ। ਸਤਿਗੁਰ ਪਾਤਸ਼ਾਹ ਨੇ ਕਿਹਾ ਸਾਡੀ ਤਲਵਾਰ ਅੱਜ ਇੱਕ ਸਿਰ ਦੀ ਮੰਗ ਕਰਦੀ ਹੈ। ਤੇ ਉਸ ਵੇਲੇ ਦੀਵਾਨ ਦੇ ਵਿੱਚ ਸਨਾਟਾ ਛਾ ਜਾਂਦਾ ਹੈ, ਕਿਉਂਕਿ ਜਿਹੜੇ ਕਣਕਾਂ ਛਕਣ ਵਾਲੇ ਸੀ, ਕੜਾਹ ਪ੍ਰਸ਼ਾਦ ਛਕਣ ਵਾਲੇ, ਲੰਗਰ ਛਕਣ ਵਾਲੇ ਸਨ ਨਾ, ਉਹਨਾਂ ਦੇ ਦਿਲ ਕੰਬਣ ਲੱਗ ਪਏ, ਉਹਨਾਂ ਦੇ ਦਿਲ ਧੜਕਣ ਲੱਗ ਪਏ ਕਿ ਕਿਤੇ ਗੁਰੂ ਸਾਹਿਬ ਸਾਨੂੰ ਨਾ ਕਹਿ ਦੇਣ ਕਿ ਤੁਸੀਂ ਸਿਰ ਦੇ ਦਿਓ। ਸਤਿਗੁਰ ਪਾਤਸ਼ਾਹ ਮਹਾਰਾਜ ਜੀਆਂ ਨੇ ਦੂਸਰੀ ਵਾਰੀ ਫਿਰ ਕਿਹਾ, ਕਿਉਂਕਿ ਅਸਲ ਵਿੱਚ ਇਹ ਇੱਕ ਪਰਨ ਸੀ।
ਆਪਾਂ ਜਦੋਂ ਇਤਿਹਾਸ ਦੇ ਵਿੱਚ ਪੜ੍ਹਦੇ ਆ ਨਾ ਕਿ ਰਾਜੇ ਜਨਕ ਨੇ ਉਹਨੇ ਇੱਕ ਆਵਾਜ਼ ਦਿੱਤੀ ਸੀ ਕਿ ਮੈਂ ਉਹਨੂੰ ਗੁਰੂ ਧਾਰਨ ਕਰਾਂਗਾ, ਮੈਂ ਘੋੜੇ ਦੀ ਰਕਾਬ ਦੇ ਵਿੱਚ ਇੱਕ ਪੈਰ ਪਾਵਾਂਗਾ ਤੇ ਦੂਸਰਾ ਪੈਰ ਜਦੋਂ ਮੈਂ ਘੋੜੇ ਦੇ ਉੱਪਰ ਰੱਖਣ ਲੱਗਾਂਗਾ, ਕੋਈ ਮੈਨੂੰ ਗੁਰ ਮੰਤਰ ਦੇ ਦੇਵੇ, ਮੈਨੂੰ ਉਹ ਤੋਂ ਪਹਿਲਾਂ ਗਿਆਨ ਕਰਾ ਦੇਵੇ, ਮੈਂ ਉਹਨੂੰ ਗੁਰੂ ਧਾਰਨ ਕਰਾਂਗਾ। ਤੇ ਦੱਸਦੇ ਆ ਵੀ ਉਸ ਟਾਈਮ ਤੇ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਗੁਰੂ ਖਮਾਉਣ ਵਾਲੇ ਉਹਨਾਂ ਸਾਰਿਆਂ ਦੇ ਸਿਰ ਨੀਵੇਂ ਹੋ ਗਏ ਤੇ ਅਸ਼ਟਾਵਕਰ ਉਸ ਟਾਈਮ ਤੇ ਉਹਦੀ ਕਚਹਿਰੀ ਵਿੱਚ ਆਇਆ। ਅਸ਼ਟਾਵਕਰ ਉਹਨੂੰ ਤਾਂ ਕਰਕੇ ਕਹਿੰਦੇ ਸੀ, ਉਹਦੇ ਸਰੀਰ ਨੂੰ 8 ਵੱਲ ਪੈਂਦੇ ਸਨ। ਉਹ ਜਦੋਂ ਤੁਰਦਾ ਸੀ ਨਾ ਉਹਦੇ ਸਰੀਰ ਨੂੰ 8 ਵੱਲ ਪੈਂਦੇ ਸੀ ਤੇ ਜਿੰਨੇ ਉਹਦੀ ਦਰਬਾਰ ਦੇ ਵਿੱਚ ਉਹ ਵੱਡੇ ਵੱਡੇ ਸੋਹਣੇ ਕੱਪੜੇ ਪਾ ਕੇ ਗੁਰੂ ਬਣ ਕੇ ਬੈਠੇ ਸਨ, ਉਹ ਸਾਰੇ ਅਸ਼ਟਾਵਕਰ ਵੱਲ ਵੇਖ ਕੇ ਹੱਸਣ ਲੱਗ ਪਏ। ਤੇ ਅਸ਼ਟਾਵਕਰ ਨੇ ਉੱਥੇ ਰਾਜੇ ਜਨਕ ਨੂੰ ਕਿਹਾ ਸੀ, ਇਹ ਚਮਾਰ ਕਿਉਂ ਬੁਲਾਏ ਹੈ? ਭਾਵ ਕਹਿਣ ਦਾ ਕਿ ਉਹਨੇ ਕਿਹਾ ਇਹ ਤੇ ਸੰਤ ਹੈ, ਇਹ ਮਹਾਤਮਾ ਗੁਰੂ ਹੈ। ਕਹਿੰਦਾ ਜਿਹੜਾ ਬੰਦਾ ਚੰਮ ਦੀ ਪਰਖ ਕਰਦਾ ਹੋਵੇ ਉਹ ਚਮਾਰ ਹੋਇਆ ਕਰਦਾ, ਉਹ ਗੁਰੂ ਨਹੀਂ ਹੋ ਸਕਦਾ। ਇਹ ਕੇਵਲ ਮੇਰੇ ਚੰਮ ਦੀ ਪਰਖ ਕੀਤੀ ਵੀ ਇਹਦੇ ਚੰਮ ਨੂੰ 8 ਵੱਲ ਪੈਂਦੇ ਨੇ, ਇਸ ਕਰਕੇ ਇਹ ਗੁਰੂ ਨਹੀਂ, ਇਹ ਚਮਾਰ ਹੋ ਸਕਦੇ ਚੰਮ ਦੀ ਪਰਖ ਕਰਨ ਵਾਲੇ। ਉਹਨੇ ਰਾਜੇ ਜਨਕ ਨੂੰ ਇਹ ਗੱਲ ਕਹੀ ਸੀ ਕਿ ਤੈਨੂੰ ਮੈਂ ਗਿਆਨ ਕਰਾਵਾਂਗਾ। ਰਾਜੇ ਜਨਕ ਨੇ ਕਿਹਾ ਠੀਕ ਹੈ, ਪਰ ਅਸ਼ਟਾਵਕਰ ਨੇ ਕਿਹਾ ਕਿ ਰਾਜਨ ਜਦੋਂ ਗੁਰੂ ਧਾਰਨ ਕਰੀਏ ਤੇ ਉਹਨੂੰ ਕੁਝ ਨਾ ਕੁਝ ਦਕਸ਼ਨਾ ਭੇਟ ਕਰਨੀ ਪੈਂਦੀ ਹੈ। ਕੀ ਭੇਟਾ ਕਰੇਗਾ? ਹੁਣ ਬਾਦਸ਼ਾਹ ਸੀ, ਰਾਜਾ ਸੀ, ਸੋਚਿਆ ਵੀ ਜੇ ਧਨ ਭੇਟਾ ਕਰ ਦਿੱਤਾ ਤੇ ਰਾਜ ਭਾਗ ਦੇਣਾ ਪਵੇਗਾ, ਜੇ ਧਨ ਭੇਟਾ ਕਰ ਦਿੱਤਾ ਤੇ ਸਰੀਰ ਜਿਹੜਾ ਵਾ ਉਹ ਇਹਦੇ ਲੇਖੇ ਲਾਉਣਾ ਪਵੇਗਾ, ਇਹਦੀ ਸੇਵਾ ਕਰਨੀ ਪਵੇਗੀ। ਸੋਚ ਵਿਚਾਰ ਤੋਂ ਬਾਅਦ ਕਹਿਣ ਲੱਗਾ ਜੀ ਮੈਂ ਆਪਣਾ ਮਨ ਤੁਹਾਨੂੰ ਭੇਟਾ ਕੀਤਾ। ਅਸ਼ਟਾਵਕਰ ਕਹਿਣ ਲੱਗਾ ਠੀਕ ਹੈ, ਹੁਣ ਤੁਸੀਂ ਆਪਣੇ ਘੋੜੇ ਦੇ ਉੱਪਰ ਚੜ੍ਹੋ। ਬਾਦਸ਼ਾਹ ਨੇ ਇੱਕ ਪੈਰ ਜਿਹੜਾ ਰਕਾਬ ਦੇ ਵਿੱਚ ਪਾਇਆ, ਜਦੋਂ ਦੂਸਰਾ ਪੈਰ ਘੋੜੇ ਤੇ ਰੱਖਣ ਲੱਗਾ ਤੇ ਅਸ਼ਟਾਵਕਰ ਕਹਿਣ ਲੱਗਾ ਰਾਜਨ ਰੁਕ ਜਾਓ, ਕਿਉਂਕਿ ਤੇਰਾ ਮਨ ਜਿਹੜਾ ਉਹ ਮੇਰਾ ਮਨ ਹੋ ਚੁੱਕਾ ਹੈ, ਤੂੰ ਆਪਣਾ ਮਨ ਮੈਨੂੰ ਦੇ ਚੁੱਕਾ ਹੈ ਤੇ ਮੇਰਾ ਮਨ ਕਹਿੰਦਾ ਵੀ ਦੂਸਰਾ ਪੈਰ ਵੀ ਰਕਾਬ ਦੇ ਵਿੱਚੋਂ ਕੱਢ ਕੇ ਮੈਂ ਥੱਲੇ ਉਤਰ ਜਾਵਾਂ, ਕਿਉਂਕਿ ਮੇਰਾ ਮਨ ਘੋੜੇ ਦੇ ਉੱਪਰ ਚੜ੍ਹਨ ਵਾਸਤੇ ਤਿਆਰ ਨਹੀਂ। ਰਾਜਾ ਜਨਕ ਸਮਝ ਗਿਆ ਵੀ ਅਸਲ ਵਿੱਚ ਗੱਲ ਸਾਰੀ ਮਨ ਦੀ ਹੈ। ਜਦੋਂ ਅਸੀਂ ਮਨ ਗੁਰੂ ਦੇ ਅੱਗੇ ਭੇਟਾ ਰੱਖ ਦਿੱਤਾ, ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ, ਗੱਲ ਸਿਰਫ ਮਨ ਦੀ ਹੈ। ਅੰਮ੍ਰਿਤ ਛਕਣਾ ਇਹ ਮਨ ਭੇਟਾ ਕਰਨਾ ਗੁਰੂ ਦੇ ਅੱਗੇ, ਭਾਵ ਕਿ ਗੁਰੂ ਦੇ ਹੁਕਮ ਦੇ ਵਿੱਚ, ਗੁਰੂ ਦੀ ਰਜ਼ਾ ਦੇ ਵਿੱਚ ਚੱਲਣਾ ਹੈ। ਸਤਿਗੁਰ ਪਾਤਸ਼ਾਹ ਮਹਾਰਾਜ ਇੱਥੇ ਵੀ ਜਦੋਂ ਇੱਕ ਸਿਰ ਦੀ ਮੰਗ ਕਰਦੇ ਨੇ ਤੇ ਸਿਰ ਉਹੀ ਦੇ ਸਕਦਾ ਹੈ, ਜੋ ਤਉ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ। ਜਿਹੜਾ ਅਸਲ ਵਿੱਚ ਗੁਰੂ ਦੇ ਨਾਲ ਅੰਦਰੋਂ ਪ੍ਰੇਮ ਕਰਦਾ ਹੈ। ਹੁਣ ਕਹਿਣ ਨੂੰ ਅਸੀਂ ਸਾਰੇ ਕਹਿੰਦੇ ਆ ਵੀ ਮੇਰਾ ਬੜਾ ਪਿਆਰ ਹੈ ਗੁਰੂ ਦੇ ਨਾਲ, ਮੈਂ ਜੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਮੱਥਾ ਟੇਕੇ ਤੋਂ ਬਿਨਾਂ ਚਾਹ ਨਹੀਂ ਪੀਂਦਾ, ਰੋਟੀ ਨਹੀਂ ਖਾਂਦਾ। ਮਹਾਰਾਜ ਕਹਿੰਦੇ ਕੋਈ ਨਹੀਂ, ਤੂੰ ਚਾਹ ਪੀ, ਰੋਟੀ ਖਾ, ਪਰ ਜਿਹੜਾ ਮੇਰਾ ਹੁਕਮ ਹੈ, ਅਸਲ ਦੇ ਵਿੱਚ ਗੁਰੂ ਦਾ ਹੁਕਮ ਕੀ ਹੈ? ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਪੁੱਛ ਕੇ ਦੇਖੀਏ, ਕਹਿੰਦੇ ਅਸਲ ਦੇ ਵਿੱਚ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਗੁਰੂ ਦਾ ਸਿੱਖ ਉਹ ਹੈ ਜਿਹੜਾ ਗੁਰੂ ਦੇ ਭਾਣੇ ਵਿੱਚ, ਗੁਰੂ ਦੇ ਰਜਾ ਵਿੱਚ, ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਹੈ, ਤੇ ਜਿਹੜਾ ਆਪਣੀਆਂ ਮਰਜ਼ੀਆਂ ਕਰਦਾ ਹੈ ਉਹ ਕੇਵਲ ਗੁਰੂ ਤੋਂ ਵਿਛੜ ਕੇ ਠੋਕਰਾਂ ਖਾਂਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਹੁਣਾਂ ਨੇ ਇੱਕ ਬੜੀ ਕਮਾਲ ਦੀ ਗੱਲ ਲਿਖੀ ਹੈ। ਉਹ ਕਹਿੰਦੇ ਮੈਂ ਅੱਗ ਦੇ ਕੋਲ ਬੈਠਾ ਸੀ ਤੇ ਉਹਦੇ ਵਿੱਚ ਇੱਕ ਕੋਲਾ ਲਾਲ ਰੰਗ ਦਾ ਮਘਦਾ ਪਿਆ ਸੀ। ਕਹਿੰਦੇ ਮੈਂ ਦੇਖਿਆ ਵੀ ਕੋਲੇ ਦੇ ਉੱਪਰ ਬੜਾ ਲਾਲ ਰੰਗ ਚੜ੍ਹਿਆ ਹੋਇਆ ਹੈ। ਮੈਂ ਉਹਨੂੰ ਚਿਮਟੇ ਦੇ ਨਾਲ ਬਾਹਰ ਖਿੱਚਿਆ। ਜਦੋਂ ਅੱਗ ਤੋਂ ਉਹਦਾ ਵਿਛੋੜਾ ਪੈ ਗਿਆ ਤੇ ਥੋੜ੍ਹੇ ਸਮੇਂ ਦੇ ਵਿੱਚ ਉਹ ਕੋਲਾ ਜਿਹੜਾ ਸੀ ਕਾਲਾ ਹੋ ਗਿਆ। ਉਹਨੂੰ ਹੱਥ ਵਿੱਚ ਪਕੜਿਆ, ਉਹਨੇ ਹੱਥ ਵੀ ਕਾਲੇ ਕਰ ਦਿੱਤੇ। ਫਿਰ ਭਾਈ ਵੀਰ ਸਿੰਘ ਕਹਿੰਦੇ ਮੈਂ ਉਸ ਕੋਲੇ ਨੂੰ ਸਾਬਣ ਨਾਲ ਧੋਤਾ, ਉਹਨੂੰ ਦੁੱਧ ਵਿੱਚ ਪਾਇਆ, ਉਹਨੂੰ ਦਹੀਂ ਵਿੱਚ ਪਾਇਆ, ਖੁੰਭ ਤੇ ਚਾੜ ਕੇ ਰੰਗਣ ਵੀ ਧਰਿਆ, ਪਰ ਉਹ ਕੋਲਾ ਬਿਲਕੁਲ ਕਾਲੇ ਦਾ ਕਾਲਾ ਰਿਹਾ, ਉਹਨੇ ਆਪਣਾ ਰੰਗ ਨਹੀਂ ਵਟਾਇਆ। ਭਾਈ ਵੀਰ ਸਿੰਘ ਲਿਖਦੇ ਆ, ਕਹਿੰਦੇ ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭੇ ਚਾੜ ਰੰਗਣ ਪੀ ਧਰਿਆ, ਪਰ ਰੰਗ ਨਾ ਉਸ ਵਟਾਇਆ, ਵਿਛੜਨ ਤੇ ਕਾਲਖ ਜੋ ਆਈ। ਕਹਿੰਦੇ ਹੁਣ ਮੈਂ ਦੇਖਿਆ ਉਹਨੂੰ ਸਾਬਣ ਨਾਲ ਵੀ ਧੋਤਾ ਹੈ, ਦੁੱਧ ਦੇ ਵਿੱਚ ਵੀ ਪਾਇਆ, ਦਹੀਂ ਵਿੱਚ ਵੀ ਪਾਇਆ, ਖੁੰਭ ਤੇ ਚਾੜ ਰੰਗਣ ਵੀ ਧਰਿਆ ਹੈ, ਪਰ ਕਹਿੰਦੇ ਕੋਲਾ ਕਾਲੇ ਦਾ ਕਾਲਾ ਰਿਹਾ। ਕਹਿੰਦੇ ਅਖੀਰ ਮੈਂ ਗੁੱਸੇ ਦੇ ਵਿੱਚ ਆ ਕੇ
ਉਹ ਕੋਲਾ ਵਗਾ ਕਰਕੇ ਅੱਗ ਦੇ ਵਿੱਚ ਮਾਰਿਆ। ਥੋੜ੍ਹੇ ਸਮੇਂ ਦੇ ਵਿੱਚ ਉਹ ਫਿਰ ਲਾਲ ਰੰਗ ਦਾ ਭਖਣ ਲੱਗ ਪਿਆ। ਤੇ ਭਾਈ ਸਾਹਿਬ ਕਹਿੰਦੇ ਆ, ਸਾਬਣ ਲਾਲਾ ਧੋਤਾ ਕੋਲਾ ਦੁੱਧ ਦਹੀਂ ਵਿੱਚ ਪਾਇਆ, ਖੁੰਬੇ ਚਾੜ ਰੰਗਣ ਪੀ ਧਰਿਆ ਪਰ ਰੰਗ ਨਾ ਉਸ ਵਟਾਇਆ, ਵਿਛੜਨ ਤੇ ਕਾਲਖ ਜੋ ਆਈ ਮਿਲਿਆ ਮੂਲ ਨਾ ਲੈਂਦੀ, ਅੰਗ ਅੱਗ ਦੇ ਲਾ ਕੇ ਦੇਖੋ ਚੜ੍ਹਦਾ ਰੂਪ ਸਵਾਇਆ। ਕਹਿੰਦੇ ਜਦੋਂ ਉਹਨੂੰ ਦੁਬਾਰਾ ਫਿਰ ਉਹਨੂੰ ਅੱਗ ਦੇ ਵਿੱਚ ਸੁੱਟ ਦਿੱਤਾ, ਉਹਦੀ ਲਾਲੀ ਫਿਰ ਉਸੇ ਤਰ੍ਹਾਂ ਉਹਦੀ ਜਿਹੜੀ ਸੀ ਉਹ ਵਾਪਸ ਆ ਗਈ। ਇਸੇ ਤਰ੍ਹਾਂ ਮਨੁੱਖ ਦੇ ਅੰਦਰ ਵਕਾਰਾਂ ਦੀ ਕਾਲਖ ਉਦੋਂ ਆਉਂਦੀ ਜਦੋਂ ਗੁਰੂ ਦੇ ਸ਼ਬਦ ਨਾਲੋਂ ਟੁੱਟ ਜਾਂਦਾ ਹੈ। ਜਦੋਂ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਹੈ ਤੇ ਹਜੂਰ ਦੇ ਆਪਾਂ ਬੋਲ ਪੜ੍ਹਦੇ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵਈ ਨਾ ਲਾਗੇ ਦਾਗਾ, ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਈਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕੇ, ਜਾਂ ਕਾ ਸਤਿਗੁਰ ਪੂਰਾ। ਅਸਲ ਦੇ ਵਿੱਚ ਉਹ ਨਾਮ ਦਾ ਰੰਗ, ਗਿਆਨ ਦਾ ਰੰਗ ਉਹਨਾਂ ਨੂੰ ਲੱਗਾ ਜਿਨ੍ਹਾਂ ਦੇ ਸਿਰ ਦੇ ਉੱਪਰ ਗੁਰੂ ਸੂਰਮੇ ਨੇ ਆਪਣਾ ਮਿਹਰ ਭਰਿਆ ਹੱਥ ਰੱਖਿਆ, ਜਿਨ੍ਹਾਂ ਨੇ ਗੁਰੂ ਦੀ ਰਜਾ ਦੇ ਵਿੱਚ ਚੱਲਣਾ ਸ਼ੁਰੂ ਕਰ ਦਿੱਤਾ। ਭਾਈ ਦਇਆ ਸਿੰਘ, ਇਹਨਾਂ ਨੇ ਆਪਣਾ ਸੀਸ ਭੇਟਾ ਕੀਤਾ ਹੈ। ਉਸ ਤੋਂ ਬਾਅਦ ਇਹ ਲਾਹੌਰ ਦੇ ਰਹਿਣ ਵਾਲੇ, ਫਿਰ ਭਾਈ ਧਰਮਦਾਸ ਜਿਹੜੇ ਦਿੱਲੀ ਦੇ ਰਹਿਣ ਵਾਲੇ, ਫਿਰ ਭਾਈ ਹਿੰਮਤ ਚੰਦ ਜੀ ਜਿਹੜੇ ਜਗਨਨਾਥਪੁਰੀ ਦੇ ਰਹਿਣ ਵਾਲੇ, ਉਸ ਤੋਂ ਬਾਅਦ ਭਾਈ ਮੋਹਕਮ ਚੰਦ ਜੀ ਜਿਹੜੇ ਦਵਾਰਕਾ ਦੇ ਰਹਿਣ ਵਾਲੇ, ਤੇ ਭਾਈ ਸਾਹਿਬ ਚੰਦ ਜਿਹੜੇ ਇਹ ਬਿਦਰ ਦੇ ਰਹਿਣ ਵਾਲੇ। ਇਹ 5 ਗੁਰਸਿੱਖਾਂ ਨੇ ਵਾਰੀ-ਵਾਰੀ ਆਪਣਾ ਸੀਸ ਦਿੱਤਾ ਹੈ। ਅੱਬੂ ਉਲ ਤਰਾਨੀ ਲਿਖਦਾ ਹੈ, ਕਹਿੰਦਾ ਔਰੰਗਜ਼ੇਬ, ਮੈਂ ਅੱਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਅਨੋਖਾ ਕੌਤਕ ਦੇਖਿਆ। ਕਹਿੰਦਾ ਇਹ ਕੌਤਕ ਜਾਂ ਤੇ ਖੁਦਾ ਆਪ ਕਰ ਸਕਦਾ ਹੈ ਜਾਂ ਖੁਦਾ ਦਾ ਔਲੀਆ ਕਰ ਸਕਦਾ ਹੈ। ਉਹਦੀਆਂ ਚਿੱਠੀਆਂ ਦੇ ਵਿੱਚ ਇਹ ਗੱਲ ਲਿਖੀ ਹੈ। ਕਹਿੰਦਾ ਜਿਹੜਾ ਅੱਜ ਕੌਤਕ ਮੈਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਦੇਖਿਆ ਹੈ ਨਾ, ਇਹਨੂੰ ਜਾਂ ਤੇ ਖੁਦਾ ਕਰ ਸਕਦਾ ਹੈ ਜਾਂ ਖੁਦਾ ਦਾ ਕੋਈ ਪੂਰਾ ਔਲੀਆ ਉਹ ਕਰ ਸਕਦਾ ਹੈ। ਉਹ ਆਪਣੀ ਪੱਤਰਕਾ ਵਿੱਚ ਲਿਖਦਾ ਹੈ, ਕਹਿੰਦਾ ਜਿਹੜੇ 5 ਗੁਰਸਿੱਖਾਂ ਨੇ ਆਪਣਾ ਆਪ ਗੁਰੂ ਦੇ ਅੱਗੇ ਭੇਟਾ ਕੀਤਾ, ਉਹਨਾਂ 5 ਦੇ ਸੀਸ ਗੁਰੂ ਨੇ ਧੜ ਨਾਲੋਂ ਵੱਖਰੇ ਕੀਤੇ ਹੈ। ਕਹਿੰਦਾ ਕੁਝ ਸਮੇਂ ਦੇ ਬਾਅਦ ਗੁਰੂ ਨੇ ਤੰਬੂ ਦੇ ਵਿੱਚੋਂ ਉਹਨਾਂ 5 ਗੁਰਸਿੱਖਾਂ ਨੂੰ ਜਦੋਂ ਸਾਹਮਣੇ ਸੰਗਤ ਦੇ ਲੈ ਕੇ ਆਂਦਾ, ਕਹਿਣ ਲੱਗਾ, ਔਰੰਗਜ਼ੇਬ ਮੇਰਾ ਸਿਰ ਗੁਰੂ ਦੇ ਅੱਗੇ ਝੁਕ ਗਿਆ, ਮੈਂ ਆਖਰੀ ਚਿੱਠੀ ਤੈਨੂੰ ਲਿਖਣ ਲੱਗਾ ਏ ਕਿ ਮੈਂ ਅੱਜ ਤੋਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਬਣ ਗਿਆ। ਅੱਜ ਤੋਂ ਬਾਅਦ ਮੈਂ ਗੁਰੂ ਗੋਬਿੰਦ ਸਿੰਘ ਦੀ ਇੱਥੋਂ ਦੀ ਕੋਈ ਛੂਹ ਜਿਹੜੀ ਹੈ, ਇੱਥੋਂ ਦੀ ਕੋਈ ਚਿੱਠੀ, ਇੱਥੋਂ ਦੀ ਕੋਈ ਵਾਰਦਾਤ ਤੈਨੂੰ ਲਿਖ ਕੇ ਨਹੀਂ ਭੇਜਾਂਗਾ, ਕਿਉਂਕਿ ਅੱਜ ਤੋਂ ਮੈਂ ਗੁਰੂ ਗੋਬਿੰਦ ਸਿੰਘ ਦਾ ਸੇਵਾਦਾਰ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਮੈਨੂੰ ਲੱਗਦਾ ਜਿਵੇਂ ਖੁਦਾ ਆਪ ਧਰਤੀ ਤੇ ਆਇਆ ਹੋਵੇ। ਇਹ ਅੱਬੂ ਉਲ ਤਰਾਨੀ ਦੇ ਬੋਲ ਹੈ। ਉਹ ਕਹਿੰਦਾ ਜਿਹੜੇ ਉਹ 5 ਗੁਰਸਿੱਖਾਂ ਦੇ ਸੀਸ ਧੜ ਨਾਲੋਂ ਵੱਖਰੇ ਕੀਤੇ ਸਨ, ਉਹ ਜਦੋਂ ਸੰਗਤ ਦੇ ਸਾਹਮਣੇ ਲਿਆਂਦੇ, ਉਹਨਾਂ ਵਿੱਚ ਤੇ ਗੁਰੂ ਦੇ ਚਿਹਰੇ ਦੇ ਵਿੱਚ ਕੋਈ ਭਿੰਨ ਭਾਵ ਨਹੀਂ ਸੀ। ਉਹਨਾਂ ਦੇ ਨਵੇਂ ਵਸਤਰ, ਨਵੀਆਂ ਦਸਤਾਰਾਂ, ਗੁਰੂ ਵਰਗਾ ਰੂਪ ਤੇ ਸ਼ਸਤਰ ਧਾਰੀ ਸਨ। ਇੱਕ ਗੱਲ ਜ਼ਰੂਰ ਚੇਤੇ ਦੇ ਵਿੱਚ ਰੱਖਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਖਾਲਸਾ ਪੰਥ ਸਾਜਿਆ ਸੀ ਨਾ, ਉਸ ਟਾਈਮ ਤੇ ਸਰਕਾਰਾਂ ਦੀ ਇੱਕ ਵਿਗਾੜ ਸੀ, ਕੋਈ ਸਿਰ ਤੇ ਦਸਤਾਰ ਨਹੀਂ ਬਣ ਸਕਦਾ, ਕੋਈ ਸ਼ਸਤਰਧਾਰੀ ਨਹੀਂ ਹੋ ਸਕਦਾ, ਕੋਈ ਘੋੜ ਸਵਾਰੀ ਨਹੀਂ ਕਰ ਸਕਦਾ, ਕੋਈ ਸ਼ਿਕਾਰ ਨਹੀਂ ਖੇਡ ਸਕਦਾ। ਸਤਿਗੁਰ ਪਾਤਸ਼ਾਹ ਮਹਾਰਾਜ ਨੇ ਕਿਹਾ, ਮੈਂ ਤੇ ਉਹ ਖਾਲਸਾ ਪੰਥ ਸਾਜਾਂਗਾ ਜਿਹੜਾ ਘੋੜਿਆਂ ਤੇ ਸਵਾਰੀ ਕਰੇਗਾ। ਤੁਸੀਂ ਕਿਹਾ ਦਸਤਾਰ ਨਹੀਂ, ਇਹ ਦਮਾਲੇ ਸਜਾਵੇਗਾ। ਤੁਸੀਂ ਕਿਹਾ ਇਹ ਨਗਾਰੇ ਨਹੀਂ, ਇੱਥੇ ਰਣਜੀਤ ਨਗਾਰੇ ਵੱਜਣਗੇ, ਇਹ ਸ਼ਿਕਾਰ ਵੀ ਖੇਡੇਗਾ। ਤੇ ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਵੀ ਸਿੱਖੋ ਹੁਣ ਤਕੜੇ ਹੋ ਤੇ ਸ਼ਸਤਰਧਾਰੀ ਹੋਵੋ, ਤੇ ਉਸ ਟਾਈਮ ਤੇ ਸਾਰੇ ਸਿੱਖਾਂ ਨੇ ਇੱਕ ਗੱਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹੀ ਸੀ, ਮਹਾਰਾਜ ਇਹ ਸਾਡੇ ਵੱਸ ਦੀ ਗੱਲ ਨਹੀਂ, ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਨਾ ਕਬਹੂ ਪਕੜੀ, ਚਿੜੀ ਉਡੇ ਤਉ ਡਰ ਜਾਊਂ, ਮੁਗਲੋਂ ਸੇ ਕੈਸੇ ਲੜ ਪਾਊਂ। ਮਹਾਰਾਜ ਸੱਚੇ ਪਾਤਸ਼ਾਹ ਸਾਡਾ ਸੁਭਾਅ ਹੈ, ਸਾਡਾ ਕੰਮ ਹੈ ਤਕੜੀ ਨਾਲ ਸੌਦਾ ਤੋਲ ਕੇ ਦੇਣਾ, ਅਸੀਂ ਤੇ ਕਦੀ ਨੰਗੀ ਕਰਦ ਨਹੀਂ ਪਕੜੀ, ਤੇ ਤੁਸੀਂ ਸ਼ਸਤਰਧਾਰੀ ਹੋਣ ਦੀ ਗੱਲ ਕਰਦੇ, ਇਹ ਸਾਡੇ ਵੱਸ ਦੀ ਗੱਲ ਨਹੀਂ। ਸਤਿਗੁਰ ਪਾਤਸ਼ਾਹ ਨੇ ਕਿਹਾ ਕਿਉਂ? ਕਹਿਣ ਲੱਗੇ ਮਹਾਰਾਜ ਸਾਡਾ ਚਿੜੀਆਂ ਵਰਗਾ ਦਿਲ ਹੈ। ਤੇ ਹਜੂਰ ਨੇ ਕਿਹਾ ਫਿਰ ਉਹ ਵਕਤ ਆ ਗਿਆ ਹੈ, ਚਿੜੀਓਂ ਸੇ ਮੈਂ ਬਾਜ ਤੜਾऊं, 1.25 लाख से एक लड़ाऊं, तबै गोबिंद सिंह ਨਾਮ ਕਹਾਊਂ। ਅੱਜ ਉਹ ਵਕਤ ਆ ਗਿਆ ਹੈ, ਮੈਂ ਚਿੜੀਆਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਉਹਨਾਂ ਦੇ ਕੋਲੋਂ ਜਿਹੜਾ ਵਾ ਮੈਂ ਬਾਜ ਨੂੰ ਤੜਾ ਦੇਵਾਂਗਾ।
ਅੱਜ ਤੁਹਾਡੇ ਵਿੱਚ ਉਹ ਸ਼ਕਤੀ ਭਰ ਦੇਵਾਂਗਾ। ਤੇ ਸਤਿਗੁਰ ਪਾਤਸ਼ਾਹ ਨੇ ਉਹ ਖੰਡੇ ਬਾਟੇ ਦੀ ਪੌਲ ਦੇ ਕੇ ਤੇ ਸਤਿਗੁਰ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਵੀਰਾਸ, ਪਹਿਲਾਂ ਅੱਗੇ ਸੰਗਤ ਚੌਂਕੜਾ ਲਾ ਕੇ ਬੈਠਦੀ ਸੀ, ਅੱਜ ਸਤਿਗੁਰ ਪਾਤਸ਼ਾਹ ਨੇ ਸੱਜਾ ਗੋਡਾ ਥੱਲੇ ਲਾ ਕੇ, ਖੱਬਾ ਗੋਡਾ ਖੜਾ ਕਰਕੇ, ਖੱਬਾ ਹੱਥ ਥੱਲੇ ਰੱਖ ਕੇ, ਸੱਜਾ ਹੱਥ ਉੱਪਰ ਰੱਖ ਕੇ ਤੇ ਸਤਿਗੁਰ ਪਾਤਸ਼ਾਹ ਮਹਾਰਾਜ ਨੇ ਉਹਦੇ ਵਿੱਚ ਅੰਮ੍ਰਿਤ ਦੀ ਪੌਲ ਜਿਹੜੀ 5 ਬਾਣੀਆਂ ਪੜ੍ਹ ਕੇ ਤਿਆਰ ਕੀਤੀ ਸੀ ਉਹ ਪਾ ਕੇ ਕਿਹਾ, ਖਾਲਸਾ ਜੀ ਇਹਨੂੰ ਛਕੋ। ਤੇ ਜਦੋਂ ਮੂੰਹ ਦੇ ਵਿੱਚ ਪਾਇਆ ਤੇ ਨਾਲ ਸਤਿਗੁਰ ਪਾਤਸ਼ਾਹ ਨੇ ਕਿਹਾ ਸੀ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਸਤਿਗੁਰ ਪਾਤਸ਼ਾਹ ਨੇ ਉਹ ਅੰਮ੍ਰਿਤ ਦਾ ਚੂੜਾ ਬੁੱਕ ਦੇ ਵਿੱਚ ਪਾ ਕੇ ਕਿਹਾ ਸੀ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ 5 ਵਾਰੀ ਸਤਿਗੁਰ ਪਾਤਸ਼ਾਹ ਨੇ ਦ੍ਰਿੜ ਕਰਾਇਆ ਹੈ। ਪਹਿਲਾਂ ਉਹ ਚੂੜਾ 5 ਵਾਰੀ ਜਿਹੜਾ ਛਕਣ ਵਾਸਤੇ ਦਿੱਤਾ ਤੇ 5 ਵਾਰੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਫਿਰ ਸਤਿਗੁਰ ਪਾਤਸ਼ਾਹ ਮਹਾਰਾਜ ਉਹਨਾਂ ਦੇ ਨੇਤਰਾਂ ਦੇ ਵਿੱਚ ਉਹ ਚੂੜਾ ਪਾਉਂਦੇ ਹੈ ਤੇ ਹਜੂਰ ਕਹਿੰਦੇ ਬੋਲ, ਤੇ ਖਾਲਸਾ ਕੀ ਬੋਲਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਿਉਂਕਿ ਉਹ ਬੋਲ ਦ੍ਰਿੜ ਕਰਾ ਦਿੱਤੇ ਸੀ ਸਤਿਗੁਰਾਂ ਨੇ। ਵਾਹਿਗੁਰੂ ਜੋ ਅਚਰਜ ਹੈ, ਜਿਹੜਾ ਸਾਡੇ ਜੀਵਨ ਵਿੱਚ ਹੈਰਾਨੀਜਨਕ ਕੌਤਕ ਕਰਨ ਵਾਲਾ, ਜਿਹੜਾ ਛਿਨ ਮੈਂ ਰਾਓ ਰੰਕ ਕਉ ਕਰਈ ਰਾਓ ਰੰਕ ਕਰ ਡਾਰੇ, ਉਹ ਅਚਰਜ ਹੈ। ਤੇ ਗੂ ਨਾਮ ਹੈ ਹਨੇਰੇ ਦਾ ਤੇ ਰੂਹ ਨਾਮ ਹੈ ਪ੍ਰਕਾਸ਼ ਦਾ, ਜਿਹੜਾ ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਕਰ ਦਿੰਦਾ ਹੈ। ਹਜੂਰ ਕਹਿੰਦੇ ਜਦੋਂ ਵਾਹਿਗੁਰੂ ਦਾ ਨਾਮ ਜਪੇਗਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਜਿਸ ਦਿਨ ਤੇਰਾ ਵਾਹਿਗੁਰੂ ਤੇ ਭਰੋਸਾ ਬਣ ਗਿਆ, ਯਾਦ ਰੱਖੀ ਤੂੰ ਖਾਲਸਾ ਨਿਰੋਲ ਪਵਿੱਤਰ, ਤੇਰੇ ਵਿੱਚ ਮਿਲਾਵਟ ਕੋਈ ਨਹੀਂ ਰਵੇਗੀ। ਤੇ ਵਾਹਿਗੁਰੂ ਜੀ ਕੀ ਫਤਿਹ, ਜਿਸ ਦਿਨ ਤੂੰ ਵਾਹਿਗੁਰੂ ਦੇ ਨਾਲ ਜੁੜ ਗਿਆ, ਵਾਹਿਗੁਰੂ ਤੇਰੇ ਅੰਦਰ ਹਿਰਦੇ ਦੇ ਵਿੱਚ ਸਮਾ ਗਿਆ, ਤੇ ਹਜੂਰ ਕਹਿੰਦੇ ਯਾਦ ਰੱਖੀ ਉਸ ਦਿਨ ਵਕਾਰਾਂ ਤੇ ਤੇਰੀ ਫਤਿਹ ਹੋ ਜਾਵੇਗੀ। ਕਿਉਂਕਿ ਆਪਾਂ ਹਜੂਰ ਦੇ ਉਹ ਬਚਨ ਚੌਪੀ ਸਾਹਿਬ ਦੇ ਅੰਦਰ ਪੜ੍ਹਦੇ ਹਾਂ ਕਿ ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੇ। ਹੁਣ ਗੁਰੂ ਦਾ ਦੁਸ਼ਟ ਕਿਹੜਾ ਹੈ? ਗੁਰੂ ਦਾ ਕੋਈ ਵੈਰੀ ਨਹੀਂ, ਤੇ ਨਾ ਕੋ ਬੈਰੀ ਨਹੀਂ ਬੇਗਾਨਾ। ਅਸਲ ਵਿੱਚ ਸਿੱਖ ਨੂੰ ਬੇਨਤੀ ਕਰਨ ਦੀ ਜਾਚ ਦੱਸੀ ਕਿ ਜਦੋਂ ਗੁਰੂ ਦੇ ਅੱਗੇ ਅਰਦਾਸ ਕਰੇਗਾ ਕਿ ਹਮਰੀ ਕਰੋ ਹਾਥ ਦੇ ਰੱਛਾ, ਸਤਿਗੁਰੂ ਜੀ ਤੇਰੀ ਸ਼ਰਨ ਵਿੱਚ ਆਇਆ ਹੈ, ਕਿਰਪਾ ਕਰਕੇ ਆਪਣਾ ਗਿਆਨ ਰੂਪੀ ਹੱਥ ਮੇਰੇ ਸਿਰ ਦੇ ਉੱਪਰ ਰੱਖ ਕੇ ਮੈਨੂੰ ਚੰਗੇ ਤੇ ਮਾੜੇ ਦੀ ਸੋਝੀ ਦੇ ਦਿਓ। ਮੈਨੂੰ ਪਤਾ ਲੱਗ ਜਾਵੇ ਕਿ ਚੰਗਾ ਕੀ ਹੈ ਮੇਰੀ ਜ਼ਿੰਦਗੀ ਵਿੱਚ ਤੇ ਮਾੜਾ ਕੀ ਹੈ, ਕਿਹੜਾ ਕੰਮ ਕਰਨ ਦੇ ਨਾਲ ਸੋਭਾ ਹੋਵੇਗੀ ਤੇ ਕਿਹੜਾ ਕਰਨ ਮੇਰੀ ਲੋਕ ਨਿੰਦਿਆ ਕਰਨਗੇ। ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਮੇਰੇ ਮਨ ਦੇ ਵਿੱਚ ਜਿਹੜੀ ਇੱਛਾ ਹੈ, ਉਹ ਇੱਛਾ ਕਿਹੜੀ ਹੈ? ਉਹ ਇੱਛਾ ਸੀ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਪਰ ਸਾਡੀ ਇੱਛਾ ਕਿਹੜੀ ਦੀ ਹੈ? ਅਸੀਂ ਜਦੋਂ ਗੁਰੂ ਦੇ ਕੋਲ ਆਉਣੇ ਆ ਕੇ ਕੀ ਮੰਗਦੇ ਹਾਂ? ਕੋਈ ਆਉਂਦਾ ਹੈ ਕਿ ਮਹਾਰਾਜ ਮੇਰੇ ਪੁੱਤ ਦਾ ਸਿੱਧਾ ਅਮਰੀਕਾ ਦਾ ਵੀਜ਼ਾ ਲੱਗ ਜਾਏ, ਰਾਜ ਰੁਕੇ ਨਾ ਕਿਤੇ। ਕੋਈ ਆਉਂਦਾ ਮਹਾਰਾਜ ਖੁੱਲ੍ਹੇ ਗੱਫੇ ਦੇ ਦੇਵੀਂ। ਕਿਸੇ ਨੇ ਕੁਝ ਮੰਗਿਆ, ਕੋਈ ਵਿਰਲਾ ਇਹ ਗੱਲ ਆ ਕੇ ਮੰਗਦਾ ਹੈ ਕਿ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਸੱਚ ਜਾਣਿਓ ਜਿਸ ਦਿਨ ਗੁਰੂ ਦੇ ਨਾਲ ਸਾਡਾ ਨਾਤਾ ਉਹਦੇ ਨਾਮ ਦਾ ਹੋ ਗਿਆ, ਉਹਦੇ ਹੁਕਮ ਮੰਨਣ ਦਾ ਹੋ ਗਿਆ, ਜਿਸ ਦਿਨ ਸਿੱਖ ਗੁਰੂ ਦੇ ਕੋਲੋਂ ਇਹ ਦਾਤ ਮੰਗਣੀ ਸ਼ੁਰੂ ਕਰ ਦੇਵੇਗਾ ਤੇ ਸਾਹਿਬ ਦੇ ਪਾਵਨ ਬੋਲ ਹੈ, ਜੇ ਤੂੰ ਮੇਰਾ ਹੋਏ ਰਹੇ ਸਭ ਜਗ। ਜੇ ਅਸੀਂ ਗੁਰੂ ਨੂੰ ਮੰਗ ਲਿਆ, ਗੁਰੂ ਸਾਡੇ ਘਰ ਵਿੱਚ ਆ ਗਿਆ, ਤੇ ਫਿਰ ਕਿਸੇ ਦਾਤ ਦੀ ਕਮੀ ਰਹੇਗੀ? ਜਿੱਥੇ ਗੁਰੂ ਆ ਗਿਆ, ਜਿੱਥੇ ਦਾਤਾ ਆ ਗਿਆ, ਕੀ ਦਾਤਾਂ ਨਾ ਆਉਣਗੀਆਂ? ਪਰ ਇੱਥੇ ਸਾਡਾ ਹਾਲਾਤ ਇਹ ਹੈ ਕਿ ਦਾਤ ਪਿਆਰੀ ਵਿਸਰਿਆ ਦਾਤਾਰਾ। ਸਤਿਗੁਰ ਪਾਤਸ਼ਾਹ ਮਹਾਰਾਜ ਨੇ ਖੰਡੇ ਦੀ ਪੌਲ ਦੇ ਕੇ ਉੱਥੇ ਇੱਕ ਦ੍ਰਿੜ ਚੀਜ਼ ਕਰਾਈ, ਜਿਹੜੀ ਸੀ ਕਿ ਅੰਮ੍ਰਿਤ ਦਾ ਚੂੜਾ ਦੇ ਕੇ ਉਹਨਾਂ ਦੇ ਅੰਦਰ ਦੇ ਅੰਮ੍ਰਿਤ ਨੂੰ ਪ੍ਰਗਟ ਕੀਤਾ। ਜਿਵੇਂ ਆਪਾਂ ਦੇਖਦੇ ਬਾਹਰੋਂ ਜਦੋਂ ਹੈ, ਭਾਵੇਂ ਸਾਰੀ ਧਰਤੀ ਦੇ ਵਿੱਚ ਜਲ ਹੈ, ਜਦੋਂ ਆਪਾਂ ਬੋਰ ਕਰਦੇ ਹਾਂ ਤੇ ਇੱਕ ਸਿਆਣਾ ਮਿਸਤਰੀ ਬੋਰ ਕਰਨ ਵਾਲਾ ਕਹਿੰਦਾ ਬਾਹਰੋਂ ਪਾਣੀ ਪਾਓ ਪਹਿਲਾਂ, ਫਿਰ ਉਹ ਅੰਦਰ ਵਾਲੇ ਪਾਣੀ ਨੂੰ ਉਸ ਬੋਰ ਦੇ ਦੁਆਰਾ ਪ੍ਰਗਟ ਕੀਤਾ ਜਾਂਦਾ ਹੈ। ਗੁਰੂ ਨੇ ਉਹ ਬਾਹਰ ਦਾ ਅੰਮ੍ਰਿਤ ਦੇ ਕੇ ਬਾਣੀ ਦੇ ਦੁਆਰਾ ਜਿਹੜਾ ਕੀਤਾ ਹੋਇਆ ਸੀ, ਸਾਡੇ ਉਸ ਅੰਦਰ ਦੇ ਅੰਮ੍ਰਿਤ ਨੂੰ ਪ੍ਰਗਟ ਕੀਤਾ। ਤੇ ਨਾਲ ਸਤਿਗੁਰ ਪਾਤਸ਼ਾਹ ਨੇ ਸਾਨੂੰ
ਇਹ ਦ੍ਰਿੜ ਕਰਾ ਦਿੱਤਾ ਕਿ ਤੇਰੇ ਰਸਨਾ ਦੇ ਉੱਪਰ ਇਹ ਅੰਮ੍ਰਿਤ ਦਾ ਚੂੜਾ ਪਿਆ ਏ, ਇਹ ਰਸਨਾ ਦੇ ਨਾਲ ਕਦੀ ਕਿਸੇ ਦੀ ਨਿੰਦਿਆ ਨਾ ਕਰੀ। ਕਿਉਂਕਿ ਸਤਿਗੁਰ ਪਾਤਸ਼ਾਹ ਦੇ ਪਾਵਨ ਬੋਲ ਆਪਾਂ ਪੜ੍ਹਦੇ ਹਾਂ ਗੁਰਬਾਣੀ ਦੇ ਅੰਦਰ ਕਿ ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹਾਸ ਮਨ ਉਪਜਿਓ, ਸਗਲੇ ਦੁਖ ਪਲਾਇਨ। ਕਿ ਇਹ ਰਸਨਾ ਜਿਹੜਾ ਧਰਤੀ ਨੂੰ ਪਾਲਣ ਵਾਲਾ ਪਰਮਾਤਮਾ ਹੈ, ਉਹਦੇ ਗੁਣਾਂ ਨੂੰ ਗਾ। ਤੇ ਫਿਰ ਆਪਾਂ ਕਈ ਵਾਰੀ ਕਹਾਂਗੇ ਕਿ ਮਹਾਰਾਜ ਰੱਬ ਦੇ ਗੁਣ ਗਾਉਣ ਦੇ ਨਾਲ ਮਿਲਦਾ ਕੀ ਹੈ? ਕਿਉਂਕਿ ਸਾਡਾ ਸੁਭਾਅ ਹੈ, ਸਾਨੂੰ ਜਿਹੜੀ ਦੁਕਾਨ ਤੋਂ ਸੌਦਾ ਸਸਤਾ ਹੋਵੇ ਆਪਾਂ ਉੱਥੇ ਜਾਂਦੇ ਹਾਂ, ਭਾਵੇਂ 2 ਕਿਲੋਮੀਟਰ ਵੱਧ ਜਾਣਾ ਪਵੇ। ਫਿਰ ਆਪਾਂ ਕਹਿੰਦੇ ਵੀ ਮਹਾਰਾਜ ਉਹਦੇ ਗਾਉਣ ਦੇ ਨਾਲ ਹੋਵੇਗਾ ਕੀ? ਹਜ਼ੂਰ ਕਹਿੰਦੇ ਰਸਨਾ ਗੁਣ ਗੋਪਾਲ ਨਿਤ ਗਾਇਨ, ਸ਼ਾਂਤ ਤੇਰੇ ਅੰਦਰ ਨੂੰ ਸ਼ਾਂਤੀ ਟਿਕਾ ਮਿਲੇਗਾ। ਰਹੱਸ, ਰਹੱਸ ਹੁੰਦਾ ਖੇੜਾ, ਖੁਸ਼ੀ। ਤੈਨੂੰ ਇੱਕ ਅਨੋਖੀ ਖੁਸ਼ੀ ਮਿਲੇਗੀ। ਉਹ ਖੁਸ਼ੀ ਮਿਲੇਗੀ ਤੇਰੇ ਸਿਰ ਦੇ ਉੱਪਰ ਆਰਾ ਵੀ ਚੱਲ ਜਾਵੇਗਾ ਤੇ ਉਹ ਕਦੀ ਖੁਸ਼ੀ ਖਤਮ ਨਹੀਂ ਹੋਵੇਗੀ। ਤੇਰਾ ਬੰਦ ਵੀ ਕੱਟਿਆ ਜਾਵੇਗਾ, ਕਦੀ ਉਹ ਖੁਸ਼ੀ ਜਿਹੜੀ ਖਤਮ ਨਹੀਂ ਹੋਵੇਗੀ। ਤੇਰੇ ਸਰੀਰ ਦੇ ਉੱਪਰ ਜਿਹੜਾ ਵਾ ਉਹ ਭਾਵੇਂ ਚਰਖੜੀਆਂ ਚੜਾ ਦੇਣ, ਚਾਹੇ ਜਮੂਰਾਂ ਦੇ ਨਾਲ ਲਾ ਜਿਹੜੇ ਉੱਪਰਲੀ ਚਮੜੀ ਉਧੇੜ ਦੇਣ, ਚਾਹੇ ਰੂੰ ਦੇ ਵਿੱਚ ਲਪੇਟ ਕੇ ਸਾੜ ਦੇਣ, ਪਰ ਯਾਦ ਰੱਖੀ ਤੇਰੇ ਅੰਦਰ ਦੇ ਖੇੜੇ ਨੂੰ ਕਦੇ ਕੋਈ ਖਤਰਾ ਨਹੀਂ ਹੋਵੇਗਾ ਜਿਸ ਦਿਨ ਤੇਰੀ ਰਸਨਾ ਤੇ ਰੱਬ ਦਾ ਨਾਮ ਹੋਵੇਗਾ। ਏਡੀ ਵੱਡੀ ਤਾਕਤ ਸਾਨੂੰ ਗੁਰਬਾਣੀ ਦੇ ਵਿੱਚੋਂ ਮਿਲਦੀ ਹੈ। ਯਾਦ ਰੱਖਿਓ ਗੁਰਮੁਖੋ, ਆਪਾਂ ਕਈ ਵਾਰੀ ਕਹਿੰਦੇ ਫਲਾਣੇ ਡਾਕਟਰ ਤੋਂ ਦਵਾਈ ਤੇ ਲੰਬਾ ਸਮਾਂ ਖਾਣੀ ਪੈਂਦੀ ਹੈ, ਪਰ ਇਹ ਹੈ ਕਿ ਉਹ ਗਰੰਟੀ ਦਿੰਦਾ ਹੈ ਵੀ ਉਹਦੇ ਨਾਲ ਮੁੜ ਕੇ ਰੋਗ ਨਹੀਂ ਲੱਗਦਾ। ਗੁਰੂ ਗ੍ਰੰਥ ਸਾਹਿਬ ਏਡੀ ਵੱਡੀ ਗਰੰਟੀ ਦਿੰਦੇ ਹੈ ਕਿ ਤੂੰ ਰਸਨਾ ਦੇ ਨਾਲ ਸਿਮਰਨ ਕਰਨਾ ਸ਼ੁਰੂ ਕਰ ਦੇ, ਇਸ ਰਸਨਾ ਦੇ ਨਾਲ ਲੋਕਾਈ ਦੀ ਨਿੰਦਿਆ ਬੰਦ ਕਰ ਦੇ, ਇਸ ਰਸਨਾ ਦੇ ਨਾਲ ਗਲਤ ਬੋਲ ਬੋਲਣੇ ਬੰਦ ਕਰ ਦੇ, ਇਸ ਰਸਨਾ ਦੇ ਨਾਲ ਰੱਬ ਦੀ ਵਡਿਆਈ ਸ਼ੁਰੂ ਕਰ ਦੇ। ਹਜ਼ੂਰ ਕਹਿੰਦੇ ਵਾਅਦਾ ਤੇਰੇ ਨਾਲ ਮੈਂ ਕਰਦਾ ਏ, ਤੇਰੇ ਅੰਦਰ ਨੂੰ ਸ਼ਾਂਤੀ, ਤੇਰੇ ਅੰਦਰ ਨੂੰ ਖੇੜਾ, ਸ਼ਾਂਤ ਸਹਿਜ, ਸਹਿਜ ਦਾ ਅਰਥ ਹੁੰਦਾ ਗਿਆਨ, ਤੇਰੀ ਜ਼ਿੰਦਗੀ ਦੇ ਅੰਦਰ ਸੱਚ ਦਾ ਗਿਆਨ, ਰਹੱਸ ਮਨ ਉਪਜਿਓ, ਸਗਲੇ ਦੁੱਖ ਪਲਾਇਨ। ਤੇ ਪਾਤਸ਼ਾਹ ਕਹਿਣ ਲੱਗੇ ਤੇਰੇ ਸਾਰੇ ਦੁੱਖਾਂ ਦਾ ਨਾਸ ਹੋ ਜਾਵੇਗਾ। ਏਡੀ ਵੱਡੀ ਬਖਸ਼ਿਸ਼ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰੋਂ ਕੋਈ ਇਹ ਵਾਅਦੇ ਨਾਲ ਨਹੀਂ ਕਹਿ ਸਕਦਾ, ਪਰ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਇੱਕ ਏਡਾ ਵੱਡਾ ਵਾਅਦਾ ਕਰਦੇ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਸਾਡੇ ਨਾਲ ਏਡਾ ਵੱਡਾ ਵਾਅਦਾ ਕਰਦੇ ਹੈ, ਪਰ ਉੱਥੇ ਭਰੋਸਾ ਵੀ ਸਿੱਖ ਨੂੰ ਏਡਾ ਵੱਡਾ ਚਾਹੀਦਾ ਹੈ ਕਿ ਜੇ ਗੁਰੂ ਦੇ ਕੋਲ ਆਉਣਾ ਇਹਨਾਂ ਤੇ ਸਾਹਿਬ ਕਹਿੰਦੇ ਜਦੋਂ ਗੁਰੂ ਤੇ ਆ ਕੇ ਭਰੋਸਾ ਕਰਨ ਵਾਲੇ ਦਾ ਪਹਿਲਾ ਸੁਭਾਅ ਪਤਾ ਕੀ ਹੈ? ਪਹਿਲੇ ਮਰਨ ਕਬੂਲ, ਜੀਵਨ ਕੀ ਛੱਡ ਆਸ। ਜਿਨ੍ਹਾਂ ਨੇ ਪਹਿਲਾਂ ਮਰਨਾ ਕਬੂਲ ਕੀਤਾ, ਹਜ਼ੂਰ ਨੇ ਸਿਰ ਦੀ ਮੰਗ ਕੀਤੀ। ਜਿਨ੍ਹਾਂ ਪੰਜਾਂ ਨੇ ਪਹਿਲਾਂ ਸਿਰ ਦਿੱਤੇ, ਹਜ਼ੂਰ ਨੇ ਉਹਨਾਂ ਨੂੰ ਕੀ ਕਿਹਾ? ਇਹ 5 ਪਿਆਰੇ ਹੈ। ਤੇ ਯਾਦ ਰੱਖਿਓ ਅਰਦਾਸ ਦੇ ਵਿੱਚ ਜਦੋਂ ਆਪਾਂ ਨਾਮ ਲੈਂਦੇ ਹੈ, 4 ਸਾਹਿਬਜ਼ਾਦਿਆਂ ਦਾ ਨਾਮ ਬਾਅਦ ਵਿੱਚ ਆਉਂਦਾ ਹੈ। ਅਰਦਾਸ ਵਿੱਚ ਕਹਿੰਦੇ 5 ਪਿਆਰੇ 4 ਸਾਹਿਬਜ਼ਾਦੇ। ਹਜ਼ੂਰ ਨੇ ਜਿਨ੍ਹਾਂ ਨੇ ਆਪਣੇ ਸਿਰ ਗੁਰੂ ਨੂੰ ਅਰਪਣ ਕੀਤੇ, ਸਤਿਗੁਰ ਪਾਤਸ਼ਾਹ ਨੇ ਕਿਹਾ ਮੇਰੇ ਪੁੱਤਰ ਬਾਅਦ ਦੇ ਵਿੱਚ ਜਿਹੜੇ ਸਿਰ ਭੇਟਾ ਕਰਨ ਵਾਲੇ ਉਹ ਪੁੱਤਰਾਂ ਤੋਂ ਅੱਗੇ ਆਉਣਗੇ। ਅਰਦਾਸ ਦੇ ਵਿੱਚ ਇੱਕ ਫਿਰਕਾ ਆਉਂਦਾ ਏ ਜਿੱਥੇ ਆਪਾਂ ਕਹਿੰਦੇ ਆ ਕਿ ਅਸਲ ਵਿੱਚ ਖਾਲਸਾ ਜਿੱਥੇ ਸ਼ਬਦ ਵਰਤਿਆ ਜਾਂਦਾ ਏ ਕਿ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਅਰਦਾਸ ਦੇ ਵਿੱਚ ਵੀ ਵੇਖੋ ਇਹ ਫਿਰਕਾ, ਧਿਆਨ ਨਾਲ ਸੁਣਿਓ ਇਹਨੂੰ। ਜਦੋਂ ਆਪਾਂ ਅਰਦਾਸ ਪੜ੍ਹਦੇ ਹਾਂ, ਇੱਕ ਖਾਲਸੇ ਦੇ ਬੋਲ ਬਾਲੇ ਇਹ ਬੋਲਿਆ ਜਾਂਦਾ ਹੈ ਵਾਹਿਗੁਰੂ। ਵੀ ਖਾਲਸੇ ਦਾ ਬੋਲ ਕੀ ਹੈ? ਇੱਕ ਵਾਹਿਗੁਰੂ। ਖਾਲਸਾ ਉਹ ਹੈ ਜਿਹਦੀ ਜ਼ਬਾਨ ਤੇ ਵਾਹਿਗੁਰੂ ਹੈ। ਨਹੀਂ ਤੇ ਗੁਰਮੁਖੋ ਯਾਦ ਰੱਖਿਓ ਕਿਰਪਾਨਾਂ ਪਾਉਣ ਦੇ ਨਾਲ ਖਾਲਸੇ ਨਹੀਂ। ਜਿਹੜਾ ਅਸੀਂ ਕਹਿੰਦੇ ਆ ਨਾ ਰਾਜ ਕਰੇਗਾ ਖਾਲਸਾ, ਅਸਲ ਵਿੱਚ ਉਹ ਖਾਲਸਾ ਉਹ ਹੈ ਜਿਹਦੀ ਰਸਨਾ ਤੇ ਵਾਹਿਗੁਰੂ ਹੈ। ਕਿਉਂਕਿ ਅਰਦਾਸ ਦੇ ਇਹ ਪਾਵਨ ਬੋਲ ਪੰਥ ਨੇ ਜਿਹੜੇ ਬਣਾਏ ਹੈ ਕਿ ਖਾਲਸਾ ਕੇ ਬੋਲ ਬਾਲੇ ਬੋਲੋ ਜੀ। ਖਾਲਸਾ ਦਾ ਇਹ ਬੋਲ ਹੈ, ਉਹਦੀ ਰਸਨਾ ਤੋਂ ਕੇਵਲ ਵਾਹਿਗੁਰੂ ਸ਼ਬਦ ਨਿਕਲੇਗਾ। ਪਰ ਇੱਥੇ ਕਿਰਪਾਨਾਂ ਪਾ ਕੇ ਦਸਤਾਰਾਂ ਇੱਕ ਦੂਜੇ ਦੇ ਹੱਥ ਵਿੱਚ ਹੁੰਦੀਆਂ ਨੇ, ਕਿਰਪਾਨਾਂ ਪਾ ਕੇ ਇੱਕ ਦੂਜੇ ਦੀ ਨਿੰਦਿਆ ਅਸੀਂ ਕਰਦੇ ਹੁੰਦੇ, ਉਹ ਖਾਲਸਾ ਨਹੀਂ, ਉਹ ਬਹਿਰੂਪੀਆ ਤੇ ਹੋ ਸਕਦਾ ਹੈ। ਖਾਲਸਾ ਉਸ ਦਿਨ ਹੋਵੇਗਾ ਜਿਸ ਦਿਨ ਰਸਨਾ ਤੇ ਵਾਹਿਗੁਰੂ ਹੋਵੇਗਾ। ਜਿੱਥੇ ਸਿੱਖ ਦੀ ਗੱਲ ਆਉਂਦੀ, ਸਿੱਖ ਤੇ ਖਾਲਸਾ ਵਿੱਚ ਫਰਕ ਹੈ। ਜਦੋਂ ਸਿੱਖ ਦੀ ਗੱਲ ਆਵੇਗੀ ਤੇ ਆਪਾਂ ਅਰਦਾਸ ਵਿੱਚ ਉਹ ਫਿਰਕਾ ਪੜ੍ਹਦੇ ਹਾਂ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ,
दाना सिर दान नाम दान श्री ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਇਹ ਸਿੱਖਾਂ ਦੇ ਵਾਸਤੇ ਹੈ। ਜਦੋਂ ਹਾਲੇ ਅਸੀਂ ਖਾਲਸੇ ਨਹੀਂ ਬਣੇ, ਖੰਡੇ ਬਾਟੇ ਦੀ ਪਹੁਲ ਨਹੀਂ ਲਈ, ਹਾਲੇ ਅਸੀਂ ਸਿੱਖੀ ਦੇ ਵਿੱਚ ਆਉਣਾ ਹੈ ਤੇ ਸਿੱਖ ਦੇ ਵਾਸਤੇ ਇਹ ਚੀਜ਼ਾਂ ਮੰਗਣੀਆਂ ਜ਼ਰੂਰੀ ਹੈ ਕਿ ਗੁਰੂ ਦੇ ਕੋਲੋਂ ਆ ਕੇ ਦਾਨ ਮੰਗਣਾ। ਜੇ ਸਿੱਖ ਬਣਨਾ ਹੀ ਨਾ, ਜਦੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਕੋਲ ਕਈ ਵਾਰੀ ਕੋਈ ਪ੍ਰੇਮੀ ਆਇਆ ਕਰਦੇ ਸਨ ਨਾ, ਤੇ ਉਹ ਆ ਕੇ ਕਿਹਾ ਕਰਦੇ ਸੀ, ਮਹਾਰਾਜ ਅਸੀਂ ਆਪਦੇ ਸਿੱਖ ਬਣਨਾ ਹੈ ਤੇ ਸਿੱਖ ਕਿਵੇਂ ਬਣਿਆ ਜਾ ਸਕਦਾ ਹੈ? ਤੇ ਗੁਰੂ ਅਰਜਨ ਸਾਹਿਬ ਕਿਆ ਕਰਦੇ ਸੀ, ਜੇ ਸਿੱਖ ਬਣਨਾ ਤੇ ਬਾਬੇ ਬੁੱਢੇ ਕੋਲੋਂ ਸਿੱਖ ਕੇ ਆਓ। ਜੇ ਸਿੱਖ ਬਣਨਾ ਹੈ ਨਾ ਤੇ ਸਿੱਖ ਬਣਨ ਦੀ ਜਾਚ ਬਾਬੇ ਬੁੱਢੇ ਕੋਲੋਂ ਸਿੱਖ ਕੇ ਆਓ। ਬਾਬਾ ਬੁੱਢਾ ਸਾਹਿਬ ਉਹ ਸਿੱਖ ਹੈ ਜਿਹਨੇ ਜ਼ਿੰਦਗੀ ਦੇ 113 ਸਾਲ ਸਿੱਖੀ ਕਮਾਈ ਹੈ, ਹਰ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕੀਤਾ। ਜੇ ਗੁਰੂ ਅਰਜਨ ਸਾਹਿਬ ਨੇ ਕਿਹਾ, ਬਾਬਾ ਬੁੱਢਾ ਸਾਹਿਬ ਖੋਲੋ ਗ੍ਰੰਥ ਲਓ ਆਵਾਜ਼ ਸੁਣੋ ਸਭ ਪੰਥ, ਤੇ ਬਾਬਾ ਬੁੱਢਾ ਸਾਹਿਬ ਸਤਿਨਾਮ ਵਾਹਿਗੁਰੂ ਕਹਿ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਗਏ। ਜੇ ਬਾਬੇ ਬੁੱਢੇ ਨੂੰ ਕਿਹਾ ਬੀੜ ਸਾਹਿਬ ਜਾ ਕੇ ਮੱਝਾਂ ਗਾਵਾਂ ਚਾਰੋ, 7 ਬਚਨ, ਉੱਥੇ ਜਾ ਕੇ ਮੱਝਾਂ ਚਾਰਨੀਆਂ ਸ਼ੁਰੂ ਕਰ ਦਿੱਤੀਆਂ। ਜੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਵਕਤ ਆਉਂਦਾ ਹੈ, ਬਾਬਾ ਬੁੱਢਾ ਸਾਹਿਬ ਰਮਦਾਸ ਦੀ ਧਰਤੀ ਤੇ ਚਲੇ ਜਾਓ, 7 ਬਚਨ, ਉੱਥੇ ਰਮਦਾਸ ਦੀ ਧਰਤੀ ਤੇ ਜਾ ਕੇ ਖੇਤੀਬਾੜੀ ਦਾ ਕੰਮ ਕਰਵਾਓ। ਖੇਤੀਬਾੜੀ ਦਾ ਕੰਮ ਕਰਵਾਇਆ, ਹਰ ਹੁਕਮ ਨੂੰ ਸੱਤ ਕਰਕੇ ਬਾਬੇ ਬੁੱਢੇ ਸਾਹਿਬ ਨੇ ਮੰਨਿਆ। ਤੇ ਜਦੋਂ ਤਕਰੀਬਨ ਬਾਬੇ ਬੁੱਢੇ ਸਾਹਿਬ ਦੀ ਉਮਰ 122-23 ਸਾਲ ਦੇ ਕਰੀਬ ਹੋ ਗਈ ਨਾ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਨੂੰ ਸੁਨੇਹਾ ਭੇਜਿਆ, ਅੰਮ੍ਰਿਤਸਰ ਸਾਹਿਬ ਆਏ। 122 ਸਾਲ ਦੀ ਉਮਰ ਕਿਤੇ ਥੋੜ੍ਹੀ ਨਹੀਂ ਹੁੰਦੀ, 122-23 ਸਾਲ ਦੀ ਉਮਰ, ਕਿਉਂਕਿ ਬਾਬੇ ਬੁੱਢੇ ਸਾਹਿਬ ਦੀ 125 ਸਾਲ ਉਮਰ ਹੈ। ਬਾਬਾ ਬੁੱਢਾ ਸਾਹਿਬ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਉਂਦੇ ਹੈ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ, ਬਾਬਾ ਬੁੱਢਾ ਸਾਹਿਬ ਅਸੀਂ ਇੱਕ ਬੇਨਤੀ ਕਰਨੀ ਹੈ। ਬਾਬਾ ਬੁੱਢਾ ਸਾਹਿਬ ਨੇ ਕਿਹਾ, ਮਹਾਰਾਜ ਹੁਕਮ ਕਰੋ। ਕਹਿੰਦੇ ਤੁਹਾਡਾ ਸਰੀਰ ਬਿਰਧ ਹੋ ਚੁੱਕਾ ਹੈ, ਅਸੀਂ ਚਾਹੁੰਦੇ ਹਾਂ ਜਦੋਂ ਰਮਦਾਸ ਦੀ ਧਰਤੀ ਤੇ ਆਓ ਤੇ ਤੁਸੀਂ ਪਾਲਕੀ ਦੇ ਉੱਪਰ ਸਵਾਰ ਹੋ ਕੇ ਆਇਆ ਕਰੋ। ਉਹਨਾਂ ਕਿਹਾ, ਮਹਾਰਾਜ ਨਹੀਂ ਠੀਕ ਹੈ, ਮੈਂ ਗੁਰੂ ਘਰ ਦਾ ਸੇਵਾਦਾਰ ਹਾਂ। ਕਹਿਣ ਲੱਗੇ, ਨਹੀਂ ਬਾਬਾ ਬੁੱਢਾ ਸਾਹਿਬ ਇਹ ਸਾਡੀ ਬੇਨਤੀ ਪ੍ਰਵਾਨ ਕਰੋ। ਉਹਨਾਂ ਕਿਹਾ ਠੀਕ ਹੈ। ਫਿਰ ਜਦੋਂ ਵੀ ਰਮਦਾਸ ਤੋਂ ਆਉਣਾ ਤੇ ਪਾਲਕੀ ਸਾਹਿਬ ਭੇਜਣੀ, ਉਹਦੇ ਵਿੱਚ ਸਵਾਰ ਹੋ ਕੇ ਬਾਬਾ ਬੁੱਢਾ ਸਾਹਿਬ ਨੇ ਆਉਣਾ। ਤਕਰੀਬਨ ਬਾਬੇ ਬੁੱਢੇ ਸਾਹਿਬ ਦੀ ਉਮਰ ਜਿਹੜੀ ਸੀ 24-25 ਸਾਲ ਦੇ ਕਰੀਬ ਹੋਈ, ਜਿਸ ਦਿਨ ਬਾਬਾ ਬੁੱਢਾ ਸਾਹਿਬ ਅਖੀਰਲੀ ਵਾਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਉਂਦੇ ਹੈ। ਤੇ ਅੱਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਹਿਜੇ ਜੇ ਨਾ ਇੱਕ ਕਹਾਰ ਨੂੰ ਇਸ਼ਾਰਾ ਕੀਤਾ ਕਿ ਇਹ ਬਾਬਾ ਬੁੱਢਾ ਸਾਹਿਬ ਦੀ ਪਾਲਕੀ ਜਿਹੜੀ ਹੈ, ਇਹਨੂੰ ਮੋਢਾ ਸਾਨੂੰ ਲਾ ਲੈਣ ਦਿਓ। ਤੇ ਜਿਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਜੇ ਮੋਢਾ ਜਿਹੜਾ ਸੀ ਲਾਇਆ ਸੀ ਪਾਲਕੀ ਨੂੰ, ਤੇ 124 ਸਾਲ ਦਾ ਬਜ਼ੁਰਗ ਬਾਬਾ ਪਾਲਕੀ ਵਿੱਚੋਂ ਛਾਲ ਮਾਰ ਕੇ ਥੱਲੇ ਉਤਰ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਸੀ, ਬਾਬਾ ਬੁੱਢਾ ਸਾਹਿਬ ਤੁਹਾਨੂੰ ਕਿਵੇਂ ਪਤਾ ਲੱਗ ਗਿਆ? ਕਿਉਂਕਿ ਪਾਲਕੀ ਤੇ ਘੇਰੇ ਜਿਹੜਾ ਸੀ ਉਹਦੇ ਤੇ ਕੱਪੜਾ ਹੈ, ਤੁਹਾਨੂੰ ਕਿਵੇਂ ਪਤਾ ਲੱਗ ਗਿਆ? ਅਸੀਂ ਪਾਲਕੀ ਨੂੰ ਮੋਢਾ ਦੇਣ ਲੱਗੇ ਹਾਂ। ਤੇ ਹੱਥ ਜੋੜ ਕੇ ਕਿਹਾ ਸੀ, ਮਹਾਰਾਜ ਕਰਤਾਰਪੁਰ ਦੀ ਧਰਤੀ ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਸੀਨੇ ਨਾਲ ਲਾ ਕੇ ਕਿਹਾ ਸੀ, ਬੁੱਢਿਆ ਤੇਰੇ ਤੋਂ ਓਲੇ ਕਦੇ ਨਾ ਹੋਸਾਂ, ਫਿਰ ਮੈਨੂੰ ਪਤਾ ਕਿਉਂ ਨਾ ਲੱਗਦਾ। ਉਸ ਬਾਬੇ ਬੁੱਢੇ ਨੇ ਜਿਸ ਦਿਨ ਰਮਦਾਸ ਦੀ ਧਰਤੀ ਤੇ ਸਰੀਰ ਛੱਡਿਆ ਸੀ ਨਾ, ਤੇ ਫੱਟੇ ਜਿਸ ਫੱਟੇ ਦੇ ਉੱਪਰ ਬਾਬਾ ਬੁੱਢਾ ਸਾਹਿਬ ਜੀ ਦਾ ਪਾਵਨ ਸਰੀਰ ਪਾਇਆ ਸੀ, ਅੱਜ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਅੱਜ ਨਾ ਰੋਕਿਓ, ਅੱਜ ਬਾਬੇ ਬੁੱਢੇ ਸਾਹਿਬ ਦੇ ਫੱਟੇ ਨੂੰ ਮੋਢਾ ਅਸੀਂ ਦੇਵਾਂਗੇ। ਕਿ ਅਸੀਂ ਪਾਲਕੀ ਨੂੰ ਮੋਢਾ ਤੇ ਨਹੀਂ ਦੇ ਸਕੇ, ਪਰ ਅੱਜ ਬਾਬਾ ਬੁੱਢਾ ਸਾਹਿਬ ਦਾ ਸਰੀਰ ਜਿਹੜਾ ਹੈ, ਇਹਨੂੰ ਮੋਢਾ ਦੇ ਕੇ ਜ਼ਰੂਰ ਅਸੀਂ ਖੜਾਂਗੇ। ਇਹ ਹੈ ਅਸਲ ਦੇ ਵਿੱਚ ਸਿੱਖੀ ਦੀ ਘਾੜਤ। ਜਿਹੜਾ ਪੂਰਨ ਤੌਰ ਤੇ ਸਿੱਖ ਬਣ ਜਾਂਦਾ ਹੈ, ਗੁਰੂ ਤੇ ਉਹਦੀਆਂ ਪਾਲਕੀਆਂ ਨੂੰ ਵੀ ਮੋਢੇ ਦੇਣ ਵਾਸਤੇ ਅੱਗੇ ਆ ਜਾਂਦਾ ਹੈ। ਪਰ ਸਿੱਖ ਬਣਨਾ ਬੜਾ ਔਖਾ ਹੈ। ਤੇ ਉਸ ਤੋਂ ਅੱਗੇ ਹੈ ਖਾਲਸੇ ਦੀ ਪਰਿਭਾਸ਼ਾ। ਅਸੀਂ ਕਈ ਵਾਰੀ ਕਹਿ ਦਿੰਦੇ ਫਲਾਨਾ ਖਾਲਸਾ, ਜਾਂ ਸ਼ਬਦ ਖਾਲਸਾ ਵਰਤ ਦਿੰਦੇ, ਫਲਾਨਾ ਅੰਮ੍ਰਿਤ ਛਕਿਆ, ਉਹ ਖਾਲਸਾ ਬਣ ਗਿਆ ਹੈ। ਯਾਦ ਰੱਖਿਓ ਗੁਰਮੁਖੋ, ਖਾਲਸਾ ਕੌਣ ਹੈ? ਸਤਿਗੁਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਿਆ ਸੀ, ਮਹਾਰਾਜ ਸਿੱਖ ਪਿਆਰਾ ਹੈ ਕਿ ਰਹਿਤ? ਹਜ਼ੂਰ ਨੇ ਕਿਹਾ ਸੀ, ਰਹਿਤ ਪਿਆਰੀ ਮੁਝ ਕੋ, ਸਿੱਖ ਪਿਆਰਾ ਨਾਹੀਂ। ਮੈਨੂੰ ਰਹਿਤ ਪਿਆਰੀ ਆ, ਸਿੱਖ ਨਾਲ ਕੋਈ ਪਿਆਰ ਨਹੀਂ। ਤੇ ਸਤਿਗੁਰ ਪਾਤਸ਼ਾਹ ਨੂੰ ਪੁੱਛਿਆ, ਮਹਾਰਾਜ ਜਿਹੜਾ ਸਿੱਖ ਰਹਿਣੀ ਦੇ ਵਿੱਚ ਰਹਿੰਦਾ, ਰਹਿਤ ਵਿੱਚ ਰਹਿੰਦਾ ਹੈ, ਤੇ ਹਜ਼ੂਰ ਨੇ ਕਿਹਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਜਿਹੜਾ ਮੇਰੀ ਰਹਿਤ ਦੇ ਵਿੱਚ ਰਹਿੰਦਾ, ਹੁਕਮ ਦੇ ਵਿੱਚ ਪਾਲਣਾ ਕਰਦਾ ਹੈ, ਮੈਂ ਉਹਨੂੰ ਆਪਣਾ ਸਾਹਿਬ ਬਣਾ ਕੇ ਰੱਖਦਾ ਹੈ। ਮੈਂ ਚੇਲਾ ਬਣ ਕੇ ਉਹਦੇ ਹੁਕਮ ਦੀ ਪਾਲਣਾ ਕਰਦਾ ਹੈ।
ਇਹ ਸੀ ਗੁਰੂ ਦੇ ਬੋਲ। ਤੇ ਨਾਲ ਸਤਿਗੁਰਾਂ ਨੇ ਕਿਹਾ, ਜਬ ਇਹ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਕਹਿੰਦੇ ਜਦੋਂ ਇਹ ਕਰਮ ਕਾਂਡ ਕਰਨ ਲੱਗ ਪਵੇਗਾ, ਅੱਜ ਖਾਲਸਾ ਤੇ ਜ਼ਰੂਰ ਹੈ, ਅੰਮ੍ਰਿਤ ਜ਼ਰੂਰ ਛਕਿਆ ਹੁੰਦਾ ਹੈ, ਪਰ ਖਾਲਸਾ ਕਰਮ ਕਾਂਡਾਂ ਦੇ ਵਿੱਚ ਫਸ ਗਿਆ। ਅੰਮ੍ਰਿਤ ਛਕ ਕੇ ਅਸੀਂ ਪੰਡਤਾਂ ਨੂੰ ਹੱਥ ਵਿਖਾਉਣੇ ਸ਼ੁਰੂ ਕਰ ਦਿੱਤੇ। ਅੰਮ੍ਰਿਤ ਛਕ ਕੇ ਅਸੀਂ ਕਹਿ ਦਿੱਤਾ ਜੀ ਕਿਤੇ ਸਰਾਤ ਨਹੀਂ ਚੱਲਦੇ, ਨਰਾਤੇ ਤਾਂ ਨਹੀਂ ਚੱਲਦੇ, ਅਸੀਂ ਵਿਆਹ ਰੱਖਣਾ ਹੈ। ਜਿਹੜਾ ਖਾਲਸਾ ਹੈ ਉਹ ਇਹਨਾਂ ਦੀ ਪਰਵਾਹ ਨਹੀਂ ਕਰਦਾ। ਅਸੀਂ ਇਹਨਾਂ ਪਖੰਡਾਂ ਦੇ ਵਿੱਚ ਫਸ ਕੇ, ਜਿਹੜੇ ਪਖੰਡਾਂ 'ਚੋਂ ਗੁਰੂ ਸਾਹਿਬ ਨੇ ਕੱਢਿਆ ਸੀ। ਸਤਿਗੁਰ ਪਾਤਸ਼ਾਹ ਮਹਾਰਾਜ ਨੇ ਖੰਡੇ ਦੀ ਪੌਲ ਜਦੋਂ ਤਿਆਰ ਕੀਤੀ, ਇੱਕ ਬਾਟੇ ਦੇ ਵਿੱਚ ਉਹ ਬਾਟਾ ਸਾਰਿਆਂ ਦੇ ਮੂੰਹ ਨੂੰ ਲਾਇਆ। ਇੱਥੇ ਇੱਕ ਗੱਲ ਹੋਰ ਬੜੀ ਧਿਆਨਯੋਗ ਹੈ ਕਿ ਉਸ ਟਾਈਮ ਤੇ ਜਿਹੜੇ ਪਹਾੜੀ ਰਾਜੇ ਸੀ ਨਾ, ਭੀਮ ਚੰਦ ਵਰਗੇ, ਇਹ ਸਾਰੇ ਰਾਜੇ ਇਕੱਠੇ ਹੋ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਉਂਦੇ ਹੈ। ਬੜੀ ਧਿਆਨ ਦੇਣ ਵਾਲੀ ਗੱਲ ਹੈ। ਇਹਨਾਂ ਸਾਰਿਆਂ ਨੇ ਆ ਕੇ ਕਿਹਾ, ਮਹਾਰਾਜ ਅਸੀਂ ਵੀ ਖੰਡੇ ਬਾਟੇ ਦੀ ਪੌਲ ਲੈਣੀ ਚਾਹੁੰਦੇ ਹਾਂ, ਅਸੀਂ ਵੀ ਤੁਹਾਡਾ ਅੰਮ੍ਰਿਤ ਛਕ ਕੇ ਤੁਹਾਨੂੰ ਗੁਰੂ ਮੰਨਣਾ ਚਾਹੁੰਦੇ ਹਾਂ, ਪਰ ਸਾਡੀ ਇੱਕ ਸ਼ਰਤ ਹੈ। ਮਹਾਰਾਜ ਕਹਿੰਦੇ, ਕਿਹੜੀ ਸ਼ਰਤ ਹੈ ਤੁਹਾਡੀ? ਕਈ ਵਾਰੀ ਨਾ ਅੱਜ ਆਪਾਂ ਕਹਿ ਦਿੰਦੇ ਹਾਂ, ਵੇਖੋ ਜੀ ਕਈ ਤਰ੍ਹਾਂ ਦੀਆਂ ਬਿਮਾਰੀਆਂ, ਕਈ ਤਰ੍ਹਾਂ ਦੇ ਰੋਗ ਲੱਗ ਗਏ ਹੈ, ਇਸ ਕਰਕੇ ਉਹ ਇੱਕੇ ਬਾਟੇ ਦੇ ਵਿੱਚ ਅੰਮ੍ਰਿਤ ਨਹੀਂ ਛਕਾਉਣਾ ਚਾਹੀਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਹ ਪਹਾੜੀ ਰਾਜੇ ਕਹਿਣ ਲੱਗੇ, ਮਹਾਰਾਜ ਅਸੀਂ ਅੰਮ੍ਰਿਤ ਛਕਣ ਵਾਸਤੇ ਤਿਆਰ ਹੈ, ਪਰ ਸਾਡੀ ਇੱਕ ਸ਼ਰਤ ਹੈ। ਮਹਾਰਾਜ ਕਹਿੰਦੇ, ਕਿਹੜੀ ਸ਼ਰਤ ਹੈ? ਕਹਿੰਦੇ, ਮਹਾਰਾਜ ਸਾਡੇ ਵਾਸਤੇ ਵੱਖਰਾ ਬਾਟਾ ਤਿਆਰ ਕੀਤਾ ਜਾਵੇ। ਆ ਜਿਹੜੇ ਗਰੀਬ ਸ਼੍ਰੇਣੀ ਸ਼ੂਦਰ ਲੋਕ ਹੈ, ਉਸੇ ਬਾਟੇ ਵਿੱਚ ਤੁਸੀਂ ਉਹਨਾਂ ਨੂੰ ਅੰਮ੍ਰਿਤ ਛਕਾਇਆ, ਸਾਡਾ ਬਾਟਾ ਵੱਖਰਾ ਤਿਆਰ ਕਰਕੇ ਸਾਨੂੰ ਅੰਮ੍ਰਿਤ ਛਕਾਇਆ ਜਾਵੇ। ਹਜ਼ੂਰ ਨੇ ਕਿਹਾ, ਦਰਵਾਜ਼ਾ ਖੁੱਲ੍ਹਾ ਹੈ, ਇੱਥੋਂ ਨਿਕਲ ਜਾਓ, ਇੱਥੇ ਮੈਂ ਫਰਕ ਪਾਉਣ ਵਾਸਤੇ ਨਹੀਂ, ਇਹ ਅੰਮ੍ਰਿਤ ਇੱਕ ਹੀ ਹੈ। ਇੱਕੇ ਬਾਟੇ ਦੇ ਵਿੱਚ ਅੰਮ੍ਰਿਤ ਛਕਿਆ ਜਾਵੇਗਾ, ਇੱਕੇ ਬਾਟੇ ਦੇ ਵਿੱਚ ਅੰਮ੍ਰਿਤ ਛਕਾਇਆ ਜਾਵੇਗਾ, ਕਿਉਂਕਿ ਅੰਮ੍ਰਿਤ ਛਕਣ ਦਾ ਭਾਵ ਇਹ ਹੈ ਕਿ ਅੱਜ ਤੋਂ ਮੇਰਾ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਅੱਜ ਤੋਂ ਮੇਰੀ ਧਰਮ ਦੀ ਮਾਤਾ ਮਾਤਾ ਸਾਹਿਬ ਕੌਰ, ਅੱਜ ਤੋਂ ਮੈਂ ਇੱਕ ਪਿਤਾ ਤੇ ਇੱਕ ਮਾਂ ਦਾ ਪੁੱਤਰ ਹੋ ਗਿਆ। ਮੇਰੇ ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਹੋ ਗਏ ਹੈ। ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਦੇ ਕੇ ਕਿਹਾ ਸੀ, ਅੱਜ ਤੋਂ ਤੁਹਾਡਾ ਪਿਛਲੀ ਜਾਤ ਵਰਨ ਸਾਰਾ ਕੁਝ ਖਤਮ ਹੋ ਗਿਆ ਹੈ। ਜਿਨ ਕੀ ਜਾਤ ਵਰਨ ਕੁਲ ਨਾਹੀ, ਇਨਹੀ ਕੋ ਮੈਂ ਸਰਦਾਰ ਬਣਾਉ। ਸਤਿਗੁਰ ਪਾਤਸ਼ਾਹ ਨੇ ਉਹਨਾਂ ਦੀਆਂ ਜਾਤਾਂ ਵਰਨਾਂ ਖਤਮ ਕਰਕੇ ਕਹਿ ਦਿੱਤਾ ਕਿ ਅੱਜ ਤੋਂ ਇਹ ਮੇਰੇ ਸਰਦਾਰ ਹੈ, ਇਹ ਮੇਰੇ ਖਾਲਸੇ ਹੈ। ਪਰ ਅੱਜ ਫਿਰ ਅਸੀਂ ਅੰਮ੍ਰਿਤ ਛਕ ਕੇ ਉਹ ਜਾਤਾਂ ਪਾਤਾਂ ਫਿਰ ਨਾਲ ਚੁੱਕੀ ਫਿਰਦੇ ਹਾਂ। ਉਹ ਆਪਣੇ ਨਾਮ ਦੇ ਨਾਲ ਉਸੇ ਤਰ੍ਹਾਂ ਫਿਰ ਉਹ ਜਿਹੜੇ ਅਸੀਂ ਆਪਣੇ ਵੀ ਆ ਫਲਾਨਾ ਫਲਾਨੀ ਗੋਤ ਦਾ, ਫਲਾਨੀ ਗੋਤ ਦਾ, ਅਸੀਂ ਉਹ ਫਿਰ ਚੁੱਕੀ ਫਿਰਦੇ ਹਾਂ। ਅਜੇ ਇਹਦਾ ਮਤਲਬ ਅਸੀਂ ਖਾਲਸੇ ਬਣੇ ਨਹੀਂ। ਜਿਸ ਦਿਨ ਅਸੀਂ ਇੱਕ ਪਿਤਾ ਤੇ ਇੱਕ ਗੁਰੂ ਦਾ ਸਿਧਾਂਤ ਸਾਡੇ ਅੰਦਰ ਦ੍ਰਿੜ ਹੋ ਜਾਵੇਗਾ, ਯਾਦ ਰੱਖਿਓ ਉਸ ਦਿਨ ਇਹ ਗੱਲਾਂ ਤੋਂ ਅਸੀਂ ਆਜ਼ਾਦ ਹੋ ਜਾਵਾਂਗੇ। ਉਸ ਦਿਨ ਮਨ ਦੇ ਵਿੱਚ ਇੱਕੋ ਗੱਲ ਹੋਵੇਗੀ ਕਿ ਅੱਜ ਤੋਂ ਮੇਰਾ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਹੈ। ਡਾਕਟਰ ਮਿਹਰਬਾਨ ਸਿੰਘ ਹੋਏ, ਇਹਨਾਂ ਦੀ ਇੱਕ ਛੋਟੀ ਜਿਹੀ ਕਿਤਾਬ ਹੈ ਮੂਲ ਮੰਤਰ, ਬੜੀ ਪੜ੍ਹਨਯੋਗ ਕਿਤਾਬ ਹੈ। ਤਕਰੀਬਨ ਮੇਰਾ ਖਿਆਲ ਹੈ ਵੀ ਸ਼ਾਇਦ ਉਹ ਫ੍ਰੀ ਮਿਲ ਜਾਂਦੀ ਹੈ। ਛੋਟੀ ਜਿਹੀ ਕਿਤਾਬ ਹੈ, ਮੂਲ ਮੰਤਰ ਉਹਦਾ ਨਾਮ ਹੈ। ਉਹਦੇ ਵਿੱਚ ਡਾਕਟਰ ਮਿਹਰਬਾਨ ਸਿੰਘ ਉਹਨਾਂ ਨੇ ਲਿਖਿਆ ਹੈ, ਕਹਿੰਦੇ ਵੀ ਮੇਰੀ ਡਿਸਪੈਂਸਰੀ ਦੇ ਵਿੱਚ ਇੱਕ ਗੁਰਸਿੱਖ ਨੌਜਵਾਨ ਆਇਆ ਜਿਹੜਾ ਬੜਾ ਜਵਾਨ ਸੀ। ਕਹਿੰਦੇ ਉਹ ਕੁਝ ਠੀਕ ਨਹੀਂ ਸੀ। ਉਹਨੇ ਆ ਕੇ ਮੈਨੂੰ ਦੱਸਿਆ ਵੀ ਮੈਨੂੰ ਆਹ ਰੋਗ ਹੈ। ਕਹਿੰਦੇ ਅਚਾਨਕ ਮੇਰਾ ਉਹਦੇ ਧਿਆਨ ਪਿਆ ਤੇ ਉਹਦਾ ਸੱਜਾ ਗੁੱਟ ਨਹੀਂ ਸੀ ਹੈਗਾ। ਕਹਿੰਦੇ ਮੈਂ ਧਿਆਨ ਮਾਰਿਆ, ਜਦੋਂ ਉਹਦਾ ਸੱਜਾ ਗੁੱਟ ਵੇਖਿਆ, ਮੈਂ ਕਿਹਾ ਵੀ ਇਹ ਕੀ ਗੱਲ ਹੋਈ ਹੈ? ਕਹਿੰਦਾ ਮੈਂ ਅਸਲ ਦੇ ਵਿੱਚ ਕੜਾ ਪਾਇਆ ਸੀ ਸੱਜੇ ਗੁੱਟ ਦੇ ਵਿੱਚ, ਤੇ ਇਹ ਟੋਕਾ ਜਿਹੜਾ ਸੀ ਕਣਕ ਕੁਤਰਨ ਵਾਲਾ ਜਿਹੜੀ ਮਸ਼ੀਨ ਸੀ ਉਹਦੇ ਵਿੱਚ ਉਹ ਕੜਾ ਫਸ ਗਿਆ ਤੇ ਮੇਰਾ ਗੁੱਟ ਕੱਟਿਆ ਗਿਆ। ਆਂਦੇ ਮੈਂ ਉਸ ਬੰਦੇ ਨੂੰ ਟੋਹਣ ਵਾਸਤੇ, ਉਸ ਨੌਜਵਾਨ ਨੂੰ ਆਂਦੇ ਮੈਂ ਕਿਹਾ ਵੀ ਤੂੰ ਅੰਮ੍ਰਿਤ ਆ ਗਾਤਰਾ ਫੇਰ ਪਾਇਆ, ਖੱਬੇ ਹੱਥ ਵਿੱਚ ਖੜਾ ਕੜਾ ਫੇਰ ਤੂੰ ਪਾ ਲਿਆ ਹੈ, ਤੈਨੂੰ ਤੇਰੇ ਗੁਰੂ ਨੇ ਕੀ ਦਿੱਤਾ ਹੈ ਵੀ ਤੂੰ ਕੜਾ ਪਾਇਆ? ਜੇ ਕੜਾ ਨਾ ਹੁੰਦਾ ਤੇ ਤੇਰਾ ਗੁੱਟ ਬਚ ਜਾਣਾ ਸੀ। ਗੁਰੂ ਗੋਬਿੰਦ ਸਿੰਘ ਦਾ ਕੜਾ ਪਾ ਕੇ ਤੂੰ ਆਪਣਾ ਗੁੱਟ ਕਟਾ ਬੈਠਾ, ਹੁਣ ਖੱਬੇ ਹੱਥ ਵਿੱਚ ਫਿਰ ਪਾ ਲਿਆ ਹੈ। ਜੇ ਮੰਨ ਲਾ ਤੇਰਾ ਖੱਬਾ ਹੱਥ ਵੀ ਜਿਹੜਾ ਕਿਤੇ ਮਸ਼ੀਨ ਵਿੱਚ ਆ ਜਾਵੇ, ਟੋਕੇ ਵਿੱਚ ਆ ਜਾਵੇ, ਤੇਰਾ ਖੱਬਾ ਗੁੱਟ ਵੀ ਕੱਟਿਆ ਜਾਵੇ, ਫਿਰ? ਉਹ ਕਹਿੰਦਾ ਡਾਕਟਰ ਸਾਹਿਬ ਮੈਂ ਤੁਹਾਡੇ ਤੋਂ ਮੈਡੀਸਨ ਲੈਣ ਵਾਸਤੇ ਆਇਆ, ਮੈਂ ਸਲਾਹ ਲੈਣ ਵਾਸਤੇ ਨਹੀਂ ਆਇਆ। ਪਰ ਮੇਰੀ ਇੱਕ ਗੱਲ ਧਿਆਨ ਨਾਲ ਸੁਣਿਓ, ਜਿਸ ਦਿਨ ਮੇਰਾ ਗੁੱਟ ਮਸ਼ੀਨ ਦੇ ਵਿੱਚ ਆ ਕੇ ਕੱਟਿਆ ਗਿਆ ਸੀ, ਬਾਕੀ ਤੇ ਸਾਰੇ ਜਿਹੜੇ ਸੀ ਉਹ ਭੱਜ ਦੌੜ ਹਫੜਾ ਦਫੜੀ ਪੈ ਗਈ ਸੀ, ਤੇ ਮੈਂ ਕੋਲ ਖੜੇ ਇੱਕ ਸਿੱਖ ਨੂੰ ਕਿਹਾ ਸੀ ਫਟਾਫਟ ਆਪਣਾ ਕੜਾ ਲਾ ਕੇ ਮੇਰੇ ਖੱਬੇ ਗੁੱਟ ਦੇ ਵਿੱਚ ਪਾ ਦੇ।
ਮੇਰਾ ਸੱਜੇ ਗੁੱਟ ਦੇ ਵਿੱਚੋਂ ਖੂਨ ਵਗਦਾ ਪਿਆ ਸੀ, ਪਰ ਮੈਂ ਨਾਲ ਦੇ ਸਾਥੀ ਨੂੰ ਕਿਹਾ ਸੀ ਇਹ ਹੱਥ ਨੂੰ ਬਾਅਦ ਵਿੱਚ ਲਪੇਟੀ, ਖੂਨ ਬਾਅਦ ਵਿੱਚ ਬੰਦ ਕਰੀ, ਪਹਿਲਾਂ ਮੇਰੇ ਖੱਬੇ ਗੁੱਟ ਦੇ ਵਿੱਚ ਕੜਾ ਪਾ। ਤੇ ਕਹਿਣ ਲੱਗਾ ਡਾਕਟਰ ਸਾਹਿਬ ਉਹਨੇ ਫਟਾਫਟ ਮੇਰੇ ਖੱਬੇ ਗੁੱਟ ਵਿੱਚ ਕੜਾ ਪਾਇਆ ਤੇ ਮੈਂ ਉਹ ਕੜਾ ਮੱਥੇ ਤੇ ਲਾ ਕੇ ਕਿਹਾ ਸੀ ਕਲਗੀਧਰ ਪਾਤਸ਼ਾਹ ਕਿਰਪਾ ਕਰੀ। ਕਹਿਣ ਲੱਗਾ ਡਾਕਟਰ ਸਾਹਿਬ ਜੇ ਮੰਨ ਲਓ ਮੇਰਾ ਖੱਬਾ ਗੁੱਟ ਵੀ ਕੱਟਿਆ ਜਾਵੇ ਮੈਂ ਵੱਡਾ ਕੜਾ ਬਣਾ ਕੇ ਗਲ ਵਿੱਚ ਪਾ ਲਵਾਂਗਾ, ਜੇ ਮੇਰਾ ਗਲ ਵੀ ਕੱਟਿਆ ਜਾਵੇਗਾ ਮੈਂ ਕਹਾਂਗਾ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਸਫਲ ਹੋ ਗਿਆ। ਇਹ ਹੈ ਅਸਲ ਦੇ ਵਿੱਚ ਸਿੱਖੀ, ਅਸਲ ਵਿੱਚ ਖਾਲਸਾ ਜਿਹਦਾ ਗੁਰੂ ਤੇ ਵਿਸ਼ਵਾਸ ਹੈ, ਤੇ ਜਿਹਦਾ ਵਿਸ਼ਵਾਸ ਨਹੀਂ ਉਹ ਕਈ ਤਰ੍ਹਾਂ ਦੀਆਂ ਟੁੱਚਰਾਂ ਕਰੇਗਾ ਜੀ ਅੰਮ੍ਰਿਤ ਵਿੱਚੋਂ ਕੀ ਮਿਲਦਾ ਹੈ, ਅੰਮ੍ਰਿਤ ਛਕਣ ਦਾ ਕੀ ਲਾਭ ਹੈ। ਇੱਥੇ ਤੇ ਅਗਲੇ ਗੁੱਟ ਕਟਾ ਕੇ ਵੀ ਕਹਿੰਦੇ ਧੰਨ ਭਾਗ ਹੈ ਸਾਡੇ, ਉਹ ਕਹਿੰਦੇ ਕੋਈ ਨਹੀਂ ਦੂਜਾ ਵੀ ਗੁੱਟ ਕੱਟਿਆ ਜਾਊਗਾ ਤੇ ਗਲ ਵਿੱਚ ਵੀ ਕੜਾ ਪਾ ਲਵਾਂਗੇ। ਪਰ ਜਿੰਨੇ ਮੇਰੇ ਵਰਗੇ ਨੇ ਰਹਿਤਾ ਨਹੀਂ ਰੱਖਣੀਆਂ ਉਹ ਕਈ ਤਰ੍ਹਾਂ ਦੀਆਂ ਟੁੱਚਰਾਂ ਕਰੇਗਾ। ਵੇਖੋ ਜੀ ਅੰਮ੍ਰਿਤ ਛਕਣ ਨਾਲ ਕੋਈ ਜ਼ਰੂਰੀ ਥੋੜ੍ਹਾ ਹੈ, ਅੰਮ੍ਰਿਤ ਛਕਣ ਨਾਲ ਕੀ ਹੋ ਜਾਵੇਗਾ। ਪਰ ਯਾਦ ਰੱਖਿਓ ਗੁਰਮੁਖੋ, ਗੁਰੂ ਨੇ ਜਿਹੜੀਆਂ ਇਹ ਸਾਡੇ ਵਾਸਤੇ ਰਹਿਤਾਂ ਪਾਈਆਂ ਹੈ, ਗੁਰੂ ਨੇ ਜਿਹੜੇ ਇਹ ਰਹਿਤਨਾਮਿਆਂ ਦੇ ਵਿੱਚ ਇਹ ਬਚਨ ਕਰ ਦਿੱਤੇ ਹੈ ਕਿ ਅਸਲ ਦੇ ਵਿੱਚ ਮੇਰਾ ਸਿੱਖ ਉਹ ਹੈ ਬਿਨਾ ਕੇਸੰਗ ਤੇਗੰਗ ਦੇਵੋ ਨਾ ਦਿਦਾਰੇ। ਸਤਿਗੁਰ ਪਾਤਸ਼ਾਹ ਕਹਿੰਦੇ ਬਿਨਾ ਕੇਸ ਤੇ ਬਿਨਾ ਤੇਗ ਤੋਂ ਮੇਰਾ ਦਿਦਾਰਾ ਜਿਹੜਾ ਉਸ ਗੁਰਸਿੱਖ ਨੂੰ ਨਹੀਂ ਹੋਵੇਗਾ ਜਿੰਨੀ ਦੇਰ ਤੱਕ ਉਹ ਕੇਸ ਤੇ ਤੇਗ ਦਾ ਧਾਰ ਨਹੀਂ ਹੁੰਦਾ। ਇਸ ਕਰਕੇ ਇਹ ਗੁਰੂ ਘਰ ਦੇ ਵਿੱਚ ਭਾਈ ਨੰਦ ਲਾਲ ਸਿੰਘ ਜਿਹੜੇ ਪਹਿਲਾਂ ਨੰਦ ਲਾਲ ਸੀ ਬਾਅਦ ਵਿੱਚ ਅੰਮ੍ਰਿਤ ਛਕ ਕੇ ਨੰਦ ਸਿੰਘ ਬਣਦੇ ਹੈ, ਉਹਨਾਂ ਦੇ ਬੋਲ ਹੈ, ਫਾਰਸੀ ਦੀ ਕਿਤਾਬ ਹੈ ਉਹਨਾਂ ਦੀ, ਜਿਹਦੇ ਵਿੱਚ ਉਹਨਾਂ ਦੇ ਬਕਾਇਦਾ ਇਹ ਬੋਲ ਹੈ ਨਿਸ਼ਾਨ ਹੈ ਸਿੱਖੀ ਪੰਜ ਹਰਫ ਕਾਫ, ਹਰ ਗਿਜ ਨਾ ਬਾਜਦੀ ਪੰਜ ਮਾਫ, ਕੜਾ ਕਰ ਦੋ ਕਸ਼ ਕੰਗਾ ਬੇਦਾਂ, ਕੇਸ ਹੇਚ ਅਸਤ ਜੁਮਲਾ ਨਿਸ਼ਾਨ। ਕਿ ਨਿਸ਼ਾਨ ਸਿੱਖੀ ਦੇ ਪੰਜ ਨਿਸ਼ਾਨ ਹੈ, ਪੰਜ ਕੱਕੇ, ਜਿਹਦੇ ਕੋਲ ਪੰਜ ਕੱਕੇ ਨਹੀਂ ਉਹ ਗੁਰੂ ਕਾ ਸਿੱਖ ਨਹੀਂ ਅਖਵਾ ਸਕਦਾ। ਇਹ ਗੁਰੂ ਘਰ ਦੀ ਮਰਿਆਦਾ ਹੈ, ਇਹ ਉਸ ਗੁਰਸਿੱਖ ਦੇ ਬਚਨ ਹੈ ਜਿਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੇ ਅੰਦਰ ਚਰਨਾਂ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਨੂੰ ਗੁਜ਼ਾਰਿਆ ਸੀ, ਜਿਹਦੇ ਬੋਲਾਂ ਨੂੰ, ਜਿਹਦੀ ਕਿਤਾਬ ਨੂੰ ਸਤਿਗੁਰ ਪਾਤਸ਼ਾਹ ਨੇ ਕਿਹਾ ਸੀ ਇਹ ਜ਼ਿੰਦਗੀ ਨਾਮਾ ਹੈ। ਉਹਨੇ ਬੰਦਗੀ ਨਾਮਾ ਕਿਤਾਬ ਲਿਖੀ ਸੀ, ਮਹਾਰਾਜ ਨੇ ਪੜ੍ਹ ਕੇ ਕਿਹਾ ਸੀ ਨਹੀਂ ਇਹ ਜ਼ਿੰਦਗੀ ਨਾਮਾ ਹੈ। ਭਾਈ ਨੰਦ ਲਾਲ ਜਿਹੜਾ ਇਹ ਕਿਤਾਬ ਪੜ੍ਹਿਆ ਕਰੇਗਾ ਉਹਨੂੰ ਨਵੀਂ ਜ਼ਿੰਦਗੀ ਮਿਲਿਆ ਕਰੇਗੀ। ਇਸ ਲਈ ਲੋੜ ਹੈ ਸਾਨੂੰ ਜਿੱਥੇ ਅਸੀਂ ਖਾਲਸਾ ਪੰਥ ਦਾ ਸਾਜਨਾ ਦਿਵਸ, ਕਿਉਂਕਿ ਇੱਕ ਉਹ ਕੌਮ ਇਹ ਪੰਥ ਖਾਲਸਾ, ਜਿੰਨੀਆਂ ਵੀ ਦੁਨੀਆ 'ਤੇ ਕੌਮਾਂ ਹੋਈਆਂ ਕਿਸੇ ਨੂੰ ਇਹ ਨਹੀਂ ਪਤਾ ਉਹ ਕਦੋਂ ਪੈਦਾ ਹੋਈਆਂ ਅਤੇ ਕਦੋਂ ਪ੍ਰਗਟ ਹੋਈਆਂ ਹੈ। ਪਰ ਜੇ ਕੋਈ ਖਾਲਸੇ ਨੂੰ ਪੁੱਛੇ ਵੀ ਖਾਲਸਾ ਕਦੋਂ ਪ੍ਰਗਟ ਹੋਇਆ ਹੈ ਤੇ ਖਾਲਸਾ ਇਹ ਛਾਤੀ ਚੌੜੀ ਕਰਕੇ ਕਹਿ ਸਕਦਾ ਹੈ ਖਾਲਸੇ ਦਾ ਜਨਮ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ 30 ਮਾਰਚ 1699 ਨੂੰ ਇਹ ਖਾਲਸਾ ਜਿਹੜਾ ਖੰਡੇ ਬਾਟੇ ਦੀ ਪੌਲ ਦੇ ਵਿੱਚੋਂ ਪ੍ਰਗਟ ਹੋਇਆ ਹੈ। ਇੱਕ ਖਾਲਸਾ ਹੀ ਹੈ ਜਿਹਦਾ ਜਨਮ ਦਿਹਾੜਾ ਹੈ, ਨਹੀਂ ਤੇ ਹੋਰ ਕਿਸੇ ਕੌਮ ਦਾ ਨਹੀਂ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਬੜੇ ਵੱਡੇ ਸਾਡੇ ਤੇ ਪਰਉਪਕਾਰ ਕੀਤੇ ਨੇ। ਸਾਡਾ ਫਰਜ਼ ਬਣਦਾ ਖੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਜਿਹੜਾ ਗੁਰੂ ਨੂੰ ਸਮਰਪਿਤ ਹੋ ਕੇ ਉਹ ਜ਼ਿੰਦਗੀ ਨੂੰ ਬਤੀਤ ਕਰੀਏ। ਫਿਰ ਗੁਰੂ ਵੀ ਜਿਹੜਾ ਵਾ ਕਿਸੇ ਚੀਜ਼ ਦੀ ਕਮੀ ਨਹੀਂ ਰਹਿ ਦਿੰਦਾ, ਜਿਹੜਾ ਆਪਣਾ ਆਪ ਗੁਰੂ ਨੂੰ ਸਮਰਪਿਤ ਕਰ ਦਿੰਦਾ ਹੈ। ਸਤਿਗੁਰੂ ਜੀ ਰਹਿਮਤ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੇ